हाँ जी स्टूडेंट्स, अज असी अपनी +2 क्लास इंग्लिश इलैक्टिव के पहले चैप्टर हिंद की चादर श्री गुरु तेग बहादुर जी जिसनों के जगदीश सिंह ने लिखा होया है, इस चैप्टर की कॉम्प्रीहेंसिव एक्सप्लेनेशन अते एनालिसिस कवर करांगे। यह वीडियो इस चैप्टर की सीरीज़ का साडा दूसरा वीडियो होएगा। स्टूडेंट्स, मैं इत्थे तुहानूं दसना चाहांगा कि मैं ऑलरेडी इस चैप्टर का पहला वीडियो बना चुकिया हाँ, जिवें कि तुसीं स्क्रीन के उपर देख पा रहे हो। इस वीडियो दे विच मैं पेज नंबर 1 के उपर जो इंट्रोडक्टरी पैराग्राफ दिता होया है उसनूं दा डिस्कस किया ही है। नाल ही इस चैप्टर का पेज नंबर 2 अते पेज नंबर 3 का काफ़ी सारा हिस्सा मैं ऑलरेडी डिस्कस कर चुकिया हाँ। उम्मीद है बच्चों कि तुसीं ये वाला वीडियो जरूर देखा होएगा। जेकर तुहाडा वीडियो ये मिस होया है तो मैं तुहानूं स्क्रीन के टॉप राइट कॉर्नर के उपर इस वीडियो का लिंक प्रोवाइड कर रहा हाँ, जिस उत्ते जाके तुसी ये वीडियो देख सकते हो और फिर अज वाला वीडियो तुसी कंटिन्यू कर सकते हो। थर्ड पैरा, Guru Tegh Bahadur was installed as the ninth Guru in 1664 at the age of 43 as indicated by Guru Harkrishan when he merged with the infinite in Delhi। ਤਾਂ ਗੁਰੂ ਤੇਗ ਬਹਾਦਰ ਜੀ ਨੂੰ 9ਵੇਂ ਗੁਰੂ ਸਾਹਿਬਾਨ ਥਾਪਿਆ ਗਿਆ ਜੀ 1664 ਈਸਵੀ ਦੇ ਵਿੱਚ, ਜਦੋਂ ਉਹਨਾਂ ਦੀ ਉਮਰ 43 ਸਾਲ ਦੀ ਸੀ। ਅਤੇ ਇਸ ਗੱਲ ਦੇ ਬਾਰੇ ਇੰਡੀਕੇਟ ਕਿਹਨੇ ਕੀਤਾ ਸੀ ਜੀ? ਗੁਰੂ ਹਰਕ੍ਰਿਸ਼ਨ ਜੀ ਨੇ, ਜੋ ਉਸ ਸਮੇਂ ਗੁਰੂ ਜੀ ਸੀ 8ਵੇਂ ਗੁਰੂ। ਤੇ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇੰਡੀਕੇਟ ਦਾ ਮਤਲਬ ਉਹਨਾਂ ਨੇ ਸੰਕੇਤ ਦਿੱਤਾ ਸੀ ਜਦੋਂ ਦਿੱਲੀ ਵਿਖੇ ਉਹ ਜੋਤੀ ਜੋਤ ਸਮਾ ਗਏ ਸੀ। ਨੋ ਇੱਥੇ ਮਰਜਡ ਵਿਦ ਦਾ ਇਨਫਾਈਨਿਟ, ਇਹ ਇੱਕ ਫਰੇਜ਼ ਆਇਆ ਬੱਚਿਓ, ਮਰਜਡ ਵਿਦ ਦਾ ਇਨਫਾਈਨਿਟ, ਇਹਦਾ ਮਤਲਬ ਹੁੰਦਾ ਜੋਤੀ ਜੋਤ ਸਮਾਣਾ। ਤਾਂ 1664 ਈਸਵੀ ਦੇ ਵਿੱਚ ਜਦੋਂ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾਏ ਤਾਂ ਬਿਲਕੁਲ ਆਖਰੀ ਸਮੇਂ ਉਹਨਾਂ ਨੇ ਇੱਕ ਇੰਡੀਕੇਸ਼ਨ ਦਿੱਤੀ ਸੀ। ਤਾਂ ਬੱਚਿਓ ਇੱਕ ਛੋਟੀ ਜਿਹੀ ਸਟੋਰੀ ਹੈ, ਮੈਂ ਤੁਹਾਨੂੰ ਦੱਸ ਦੇਣਾ ਕਿ ਉਹਨਾਂ ਦੇ ਮੂੰਹੋਂ ਬਾਬਾ ਬਕਾਲਾ ਨਿਕਲਿਆ ਸੀ ਅਤੇ ਉਹ ਇਹ ਕਹਿ ਕੇ ਜੋਤੀ ਜੋਤ ਸਮਾ ਗਏ ਸੀ। ਤਾਂ ਉਹਨਾਂ ਨੇ ਇਸ ਤਰ੍ਹਾਂ ਦੀ ਇੰਡੀਕੇਸ਼ਨ ਦਿੱਤੀ ਸੀ। ਤਾਂ ਫਿਰ ਜਿਹੜੇ ਉਹਨਾਂ ਦੇ ਡਿਵੋਟੀਜ਼ ਸੀਗੇ, शिष्य ਸੀਗੇ, ਸੇਵਕ ਸੀ, ਤਾਂ ਉਹਨਾਂ ਨੇ ਸੋਚਿਆ ਕਿ ਬਾਬਾ ਬਕਾਲਾ ਦਾ ਮਤਲਬ ਕਿ ਹੁਣ ਜਿਹੜੇ ਅਗਲੇ ਗੁਰੂ ਜੀ ਨੇ ਉਹ ਪਿੰਡ ਬਕਾਲਾ ਤੋਂ ਮਿਲਣਗੇ। ਤਾਂ ਬਕਾਲੇ ਪਿੰਡ ਤੁਹਾਨੂੰ ਪਤਾ ਹੀ ਹੈ ਬੱਚਿਓ, ਗੁਰੂ ਤੇਗ ਬਹਾਦਰ ਜੀ ਦਾ ਪਿੰਡ ਸੀਗਾ। ਤੇ ਫਿਰ ਇਸ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਜੀ ਨੂੰ 9ਵੇਂ ਗੁਰੂ ਸਾਹਿਬਾਨ ਗੱਦੀ ਤੇ ਬਿਠਾਇਆ ਗਿਆ। ਫੋਰਥ ਪੈਰਾ, when Dhirmal, one of Guru Hargobind's grandson, learnt of the formal proclamation of Guru Tegh Bahadur as the ninth Guru, he lost his temper। ਤਾਂ ਗੁਰੂ ਹਰਗੋਬਿੰਦ ਜੀ ਦਾ ਇੱਕ ਪੋਤਾ ਸੀ ਜੀ ਧੀਰਮਲ। ਤਾਂ ਜਦੋਂ ਉਸਨੇ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਸੁਣਿਆ, ਪ੍ਰੋਕਲੇਮੇਸ਼ਨ ਦਾ ਮਤਲਬ ਕਿ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਉਹ 9th ਗੁਰੂ ਬਣ ਰਹੇ ਨੇ, 9ਵੇਂ ਗੁਰੂ ਬਣਨ ਜਾ ਰਹੇ ਨੇ, ਤਾਂ ਹੀ ਲੋਸਟ ਹਿਜ਼ ਟੈਂਪਰ, ਉਹ ਆਪਣਾ ਆਪਾ ਖੋ ਬੈਠਿਆ। ਲੂਜ਼ ਹਿਜ਼ ਟੈਂਪਰ ਦਾ ਮਤਲਬ ਹੁੰਦਾ ਬੱਚਿਓ ਬਹੁਤ ਹੀ ਗੁੱਸੇ ਵਿੱਚ ਆਉਣਾ। ਜਦੋਂ ਤੁਸੀਂ ਆਪਣਾ ਆਪਾ ਖੋ ਬੈਠਦੇ ਹੋ ਗੁੱਸੇ ਵਿੱਚ ਆ ਕੇ, ਤਾਂ ਉਸ ਨੂੰ ਆਪਾਂ ਲੂਜ਼ ਯੋਰ ਟੈਂਪਰ ਕਹਿੰਦੇ ਹਾਂ। ਹੀ ਹੈਚਡ ਈ ਕੌਂਸਪੀਰੇਸੀ ਟੂ ਹੈਵ ਦਾ ਗੁਰੂ ਕਿਲਡ। ਤਾਂ ਉਹਨਾਂ ਨੇ ਇੱਕ ਜਾਲ ਬੁਣਿਆ। ਹੈਚਡ ਆ ਕੌਂਸਪੀਰੇਸੀ ਵੀ ਬੱਚਿਓ ਇਕੱਠਾ ਸ਼ਬਦ ਆਉਂਦਾ ਹੈ, ਇਹਦਾ ਮਤਲਬ ਹੁੰਦਾ ਜਾਲ ਬੁਣਨਾ, ਕੋਈ ਐਜੀ ਗੱਲ ਦੀ ਵਿਉਂਤ ਬਣਾਉਣੀ ਜੋ ਕਿ ਮਾੜੀ ਗੱਲ ਹੋਵੇ, ਉਹਨੂੰ ਆਪਾਂ ਹੈਚਡ ਆ ਕੌਂਸਪੀਰੇਸੀ ਕਹਿੰਦੇ ਹਾਂ। ਤਾਂ ਉਹ ਇੱਕ ਕਿਹੜੀ ਗੱਲ ਦੀ ਵਿਉਂਤ ਬਣਾ ਰਹੇ ਸੀ ਕਿ ਗੁਰੂ ਜੀ ਨੂੰ ਮਾਰਿਆ ਜਾਵੇ। ਹੀ ਸੈਂਟ ਅ ਮਸੰਦ ਬਾਏ ਦਾ ਨੇਮ ਆਫ ਸ਼ਿਹਾਨ ਹੂ ਏਮਡ ਅ ਗਨ ਐਟ ਗੁਰੂ ਤੇਗ ਬਹਾਦਰ ਐਂਡ ਫਾਇਰਡ। ਤਾਂ ਉਸਨੇ ਇੱਕ ਮਸੰਦ ਭੇਜਿਆ ਨਾ। ਮਸੰਦ ਉਹਨਾਂ ਦਿਨਾਂ ਦੇ ਵਿੱਚ ਕੁਛ ਪਰਸਨ ਹੁੰਦੇ ਸੀ ਜਿਨ੍ਹਾਂ ਨੂੰ ਮਸੰਦ ਦੇ ਤੌਰ 'ਤੇ ਥਾਪਿਆ ਜਾਂਦਾ ਸੀ, ਜਿਨ੍ਹਾਂ ਦਾ ਮੇਨ ਪਰਪਸ ਹੁੰਦਾ ਸੀ ਧਰਮ ਪ੍ਰਚਾਰ ਕਰਨਾ। ਤਾਂ ਇੱਕ ਮਸੰਦ ਸੀ ਜੀ ਜਿਸ ਦਾ ਨੇਮ ਸੀ ਸ਼ਿਹਾਨ। ਤਾਂ ਉਸ ਨੂੰ ਉਹਨਾਂ ਨੇ ਭੇਜਿਆ ਜਿਸਨੇ ਕਿ ਗੁਰੂ ਜੀ ਦੇ ਉੱਪਰ ਗੋਲੀ ਚਲਾਈ, ਫਾਇਰ ਕੀਤਾ। ਦਾ ਗੁਰੂਜ਼ ਲਾਈਫ ਵਾਜ਼ ਸੇਵਡ। ਗੁਰੂ ਜੀ ਦੀ ਜ਼ਿੰਦਗੀ ਤਾਂ ਬਚ ਗਈ, ਬਟ ਹਿਜ਼ ਈਅਰ ਗੋਟ ਅ ਗਨ ਸ਼ਾਟ ਵੂੰਡ। ਪਰ ਉਹਨਾਂ ਦੇ ਈਅਰ 'ਤੇ, ਕੰਨ 'ਤੇ ਬੰਦੂਕ ਦੀ ਗੋਲੀ ਦਾ ਜ਼ਖਮ ਹੋ ਗਿਆ, ਗਨ ਸ਼ਾਟ ਵੂੰਡ। ਦਾ ਗੁਰੂ ਰਿਮੇਨਡ ਕਾਮ ਐਂਡ ਅਨਪਰਟਰਬਡ। ਗੁਰੂ ਜੀ ਸ਼ਾਂਤ ਰਹੇ, ਕਾਮ ਦਾ ਮਤਲਬ ਸ਼ਾਂਤ, ਐਂਡ ਅਨਪਰਟਰਬਡ। ਤਾਂ ਬੱਚਿਓ ਅਨਪਰਟਰਬਡ ਹੁੰਦਾ ਬੱਚਿਓ, ਇਸ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਬੰਦਾ ਆਪਣਾ ਚੈਨ ਕਾਇਮ ਰੱਖਦਾ, ਆਪਣਾ ਮਤਲਬ ਉਹ ਬੇਚੈਨ ਨਹੀਂ ਹੁੰਦਾ। ਆਪਾਂ ਕਹਿੰਦੇ ਹਾਂ ਕੋਈ ਗੱਲ ਸੁਣ ਕੇ ਆਪਾਂ ਜਿਵੇਂ ਬੇਚੈਨ ਹੋ ਜਾਂਦੇ ਹਾਂ, ਜੇ ਆਪਾਂ ਨਾ ਹੋਈਏ ਤਾਂ ਉਹਨੂੰ ਆਪਾਂ ਅਨਪਰਟਰਬਡ ਕਹਿੰਦੇ ਹਾਂ। ਦੀ ਅਦਰ ਐਕੰਪਲਿਸ ਆਫ ਸ਼ਿਹਾਨ ਲੂਟਿਡ ਆਲ ਦੀ ਪ੍ਰੋਪਰਟੀ ਆਫ ਦਾ ਗੁਰੂ। ਤਾਂ ਹੁਣ ਸ਼ਿਹਾਨ ਦੇ ਨਾਲ ਹੋਰ ਵੀ ਉਸਦੇ ਸਾਥੀ, ਐਕੰਪਲਿਸ ਦਾ ਮਤਲਬ ਉਸ ਮਾੜੇ ਕੰਮ ਦੇ ਵਿੱਚ ਕੁਝ ਹੋਰ ਸਾਥੀ ਵੀ ਆਏ ਸੀ ਜਿਨ੍ਹਾਂ ਨੇ ਗੁਰੂ ਜੀ ਦੀ ਸਾਰੀ ਪ੍ਰੋਪਰਟੀ ਲੁੱਟ ਲਈ। ਸਮ ਟ੍ਰੇਡਰਸ ਐਂਡ ਦੀ ਅਦਰ ਸਿੱਖ ਡਿਵੋਟੀਜ਼ ਡਿਸਾਈਡਡ ਟੂ ਅਵੈਂਜ ਧੀਰਮਲ's ਅਟੈਕ ਔਨ ਦਾ ਗੁਰੂ।
ਤਾਂ ਕੁਝ ਵਪਾਰੀਆਂ ਨੇ, ਟ੍ਰੇਡਰ ਦਾ ਮਤਲਬ ਇੱਥੇ ਬੱਚਿਓ ਵਪਾਰੀ ਹੈ, ਕੁਝ ਵਪਾਰੀਆਂ ਅਤੇ ਹੋਰ ਸਿੱਖ ਸ਼ਰਧਾਲੂਆਂ ਨੇ, ਡਿਵੋਟੀਜ਼ ਨੇ ਡਿਸਾਈਡ ਕੀਤਾ, ਨਿਸ਼ਚਾ ਕੀਤਾ ਕਿ ਧੀਰਮਲ ਦੇ ਜੋ ਉਸਨੇ ਹਮਲਾ ਕੀਤਾ ਸੀ ਗੁਰੂ ਜੀ ਤੇ ਉਸ ਦਾ ਬਦਲਾ ਲਿਆ ਜਾਵੇ। ਅਵੈਂਜ ਦਾ ਮਤਲਬ ਹੁੰਦਾ ਬੱਚਿਓ ਬਦਲਾ ਲੈਣਾ। They took away all the belongings of Dhirmal as well as a copy of the Holy Granth Sahib। ਤਾਂ ਉਹ ਸਾਰੇ ਜਣੇ ਜਿਹਦੇ ਵਿੱਚ ਟ੍ਰੇਡਰ ਸੀਗੇ, ਕੁਝ ਸਿੱਖ ਡਿਵੋਟੀ ਸੀ, ਉਹਨਾਂ ਨੇ ਧੀਰਮਲ ਦੀਆਂ ਸਾਰੀਆਂ ਬਿਲੋਂਗਿੰਗਸ ਮਤਲਬ ਚੀਜ਼ਾਂ ਜੋ ਉਸ ਕੋਲ ਸੀਗੀਆਂ, ਤਾਂ ਉਹ ਸਾਰੀਆਂ ਉਸ ਤੋਂ ਲੈ ਗਏ, ਖੋ ਕੇ ਲੈ ਗਏ, ਟੇਕ ਅਵੇ। ਅਤੇ ਉਹਦੇ ਵਿੱਚ ਇੱਕ ਹੋਲੀ ਗ੍ਰੰਥ ਸਾਹਿਬ ਜੀ ਦੀ ਕਾਪੀ ਵੀ ਸੀ, ਪਵਿੱਤਰ ਗ੍ਰੰਥ ਸਾਹਿਬ ਜੀ ਦੀ ਇੱਕ ਕਾਪੀ ਵੀ ਸੀ ਜੋ ਧੀਰਮਲ ਕੋਲ ਸੀ। When the news reached Guru Tegh Bahadur, he admonished his Sikhs and directed them to return Dhirmal's property and also the holy book। ਜਦੋਂ ਇਹ ਗੱਲ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚੀ ਤਾਂ ਉਹਨਾਂ ਨੇ ਵਾਰਨ ਕੀਤਾ। ਐਡਮੋਨਿਸ਼ ਦਾ ਮਤਲਬ ਹੁੰਦਾ ਬੱਚਿਓ ਤਾੜਨਾ ਦੇਣੀ ਕਿ ਤੁਸੀਂ ਇਹ ਕੰਮ ਗਲਤ ਕੀਤਾ। ਆਪਣੇ ਸਿੱਖਾਂ ਨੂੰ ਇਹ ਕਿਹਾ ਅਤੇ ਉਹਨਾਂ ਨੂੰ ਡਾਇਰੈਕਟ ਕੀਤਾ, ਹਦਾਇਤ ਦਿੱਤੀ ਕਿ ਉਹ ਸਾਰੀਆਂ ਚੀਜ਼ਾਂ ਧੀਰਮਲ ਦੀਆਂ ਪ੍ਰਾਪਰਟੀ ਵਾਲੀਆਂ ਉਸ ਨੂੰ ਵਾਪਸ ਕਰ ਦੇਣ ਅਤੇ ਨਾਲ ਹੀ ਜਿਹੜੀ ਹੋਲੀ ਬੁੱਕ ਤੁਸੀਂ ਲੈ ਕੇ ਆਏ ਹੋ, ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਾਪੀ ਲੈ ਕੇ ਆਏ ਹੋ, ਉਹ ਵੀ ਉਸ ਨੂੰ ਵਾਪਸ ਕੀਤੀ ਜਾਵੇ। ਹੀ ਐਡਵਾਈਜ਼ਡ ਹਿਸ ਡਿਵੋਟੀਜ਼ ਦੈਟ ਫੋਰਗਿਵਨੈਸ ਆਫ ਦਾ ਸੀਨਰ ਵਾਜ਼ ਅ ਡਿਵਾਈਨ ਕੁਆਲਿਟੀ ਵਿਚ ਦੇ ਸ਼ੁੱਡ ਕਲਟੀਵੇਟ। ਤਾਂ ਉਹਨਾਂ ਨੇ ਆਪਣੇ ਸ਼ਰਧਾਲੂਆਂ ਨੂੰ ਇਹ ਐਡਵਾਈਜ਼ ਕੀਤਾ, ਇਹ ਸਲਾਹ ਦਿੱਤੀ ਕਿ ਫੋਰਗਿਵਨੈਸ ਆਫ ਦਾ ਸੀਨਰ, ਕਿ ਜੋ ਕੋਈ ਜੇਕਰ ਤੁਹਾਡੇ ਨਾਲ ਕੋਈ ਪਾਪ ਕਰਦਾ ਹੈ ਤਾਂ ਸੀਨਰ ਦਾ ਮਤਲਬ ਹੁੰਦਾ ਬੱਚਿਓ ਪਾਪੀ। ਇਹ ਸਿਨ ਤੋਂ ਬਣਦਾ ਬੱਚਿਓ, ਸਿਨ ਪਾਪ ਨੂੰ ਕਿਹਾ ਜਾਂਦਾ ਹੈ, ਸੀਨਰ ਪਾਪੀ ਨੂੰ ਕਿਹਾ ਜਾਂਦਾ ਹੈ। ਤਾਂ ਜੇਕਰ ਕੋਈ ਪਾਪੀ ਨੂੰ ਤੁਸੀਂ ਫੋਰਗਿਵ ਕਰਦੇ ਹੋ, ਉਸ ਨੂੰ ਬਖਸ਼ ਦਿੰਦੇ ਹੋ, ਤਾਂ ਇਹ ਇੱਕ ਰੱਬੀ ਕੁਆਲਿਟੀ ਹੈ, ਇੱਕ ਰੱਬੀ ਗੁਣ ਹੈ ਜੋ ਹਰ ਬੰਦੇ 'ਚ ਨਹੀਂ ਹੁੰਦਾ ਅਤੇ ਇਸ ਚੀਜ਼ ਨੂੰ ਤੁਹਾਨੂੰ ਆਪਣੇ ਅੰਦਰ ਕਲਟੀਵੇਟ ਕਰਨਾ ਚਾਹੀਦਾ। ਮਤਲਬ ਇਹ ਗੱਲਾਂ ਤੁਹਾਡੇ ਸੁਭਾਅ ਦੇ ਵਿੱਚ ਆਉਣੀਆਂ ਚਾਹੀਦੀਆਂ ਨੇ। ਦਿਸ ਇੰਸੀਡੈਂਟ ਹਾਈਲਾਈਟਸ ਦਾ ਫੋਰਗਿਵਿੰਗ ਨੇਚਰ ਆਫ ਗੁਰੂ ਤੇਗ ਬਹਾਦਰ's ਪਰਸਨੈਲਿਟੀ। ਤਾਂ ਇਸ ਘਟਨਾ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਪਰਸਨੈਲਿਟੀ, ਉਹਨਾਂ ਦੀ ਸ਼ਖਸੀਅਤ ਦੀ ਜਿਹੜੀ ਫੋਰਗਿਵਿੰਗ ਨੇਚਰ ਸੀ, ਮਾਫ ਕਰਨ ਵਾਲੀ ਸੁਭਾਅ, ਮਾਫ ਕਰਨ ਵਾਲੇ ਸੁਭਾਅ ਦੇ ਬਾਰੇ ਸਾਨੂੰ ਗੁਰੂ ਜੀ ਦੇ ਬਾਰੇ ਪਤਾ ਚੱਲਦਾ ਹੈ। ਤਾਂ ਬੱਚਿਓ ਤੀਸਰੇ ਪੈਰੇ ਦੇ ਵਿੱਚ ਜਿਹੜੇ ਆਪਾਂ ਅੱਜ ਵਰਡਸ ਕੀਤੇ ਹੈ ਉਹ ਆਏ ਹੋਏ ਹੈ। ਦੇਖੋ ਫਾਰਮਲ ਦਾ ਮਤਲਬ ਹੁੰਦਾ ਇਨ ਅਕੋਰਡੈਂਸ ਵਿਦ ਰੂਲਸ, ਜਿਸ ਨੂੰ ਆਪਾਂ ਪੰਜਾਬੀ 'ਚ ਰਸਮੀ ਕਹਿੰਦੇ ਆ। ਲੂਜ਼ ਵਨਸ ਟੈਂਪਰ ਇੱਕ ਫਰੇਜ਼ ਹੈ, ਗੈਟ ਐਂਗਰੀ ਗੁੱਸੇ ਹੋਣਾ। ਲੂਜ਼ ਵਨਸ ਬੈਲੈਂਸ ਆਫ ਮਾਈਂਡ ਆਊਟ ਆਫ ਐਂਗਰ, ਜਦੋਂ ਤੁਸੀਂ ਆਪਣੇ ਮਨ ਦਾ ਬੈਲੈਂਸ ਖੋ ਬੈਠਦੇ ਹੋ ਉਸ ਨੂੰ ਕਹਿੰਦੇ ਆ। ਹੈਚ ਆ ਕੌਨਸਪੀਰੇਸੀ, ਹੈਚ ਦਾ ਮਤਲਬ ਕੋਈ ਪਲਾਨ ਬਣਾਉਣਾ, ਕੌਨਸਪੀਰੇਸੀ ਦਾ ਮਤਲਬ ਐਕਟ ਆਫ ਕੌਨਸਪਾਇਰਿੰਗ, ਕਿ ਕੋਈ ਵਿਉਂਤ ਬਣਾਉਣੀ, ਕੋਈ ਗਲਤ ਵਿਉਂਤ ਬਣਾਉਣੀ, ਉਹਨੂੰ ਆਪਾਂ ਹੈਚ ਦਾ ਕੌਨਸਪੀਰੇਸੀ ਕਹਿੰਦੇ ਆ। ਐਕੰਪਲਿਸ, ਹੈਲਪਰ ਔਰ ਕੰਪੇਨੀਅਨ। ਐਕੰਪਲਿਸ ਦਾ ਮਤਲਬ ਹੁੰਦਾ ਬੱਚਿਓ ਜਦੋਂ ਮਾੜੇ ਕੰਮ ਦੇ ਵਿੱਚ ਤੁਹਾਡਾ ਕੋਈ ਸਾਥ ਦਿੰਦਾ, ਉਹਨੂੰ ਅਸੀਂ ਐਕੰਪਲਿਸ ਕਹਿੰਦੇ ਆ। ਐਡਮੋਨਿਸ਼ ਦਾ ਮਤਲਬ ਮਾਈਲਡ ਵਾਰਨਿੰਗ ਦੇਣਾ, ਕਿਸੇ ਨੂੰ ਤਾੜਨਾ ਦੇਣੀ, ਉਸ ਨੂੰ ਆਪਾਂ ਐਡਮੋਨਿਸ਼ ਕਹਿੰਦੇ ਆ। ਕਲਟੀਵੇਟ, ਟਰਾਈ ਟੂ ਡਿਵੈਲਪ ਔਰ ਐਕਵਾਇਰ, ਕੋਈ ਆਪਣੇ ਅੰਦਰ ਕੋਈ ਚੀਜ਼, ਚੰਗੀ ਚੀਜ਼ ਆਪਾਂ ਆਪਣੇ ਸੁਭਾਅ 'ਚ ਲੈ ਕੇ ਆਈਏ, ਉਸ ਨੂੰ ਵਿਕਸਿਤ ਕਰੀਏ, ਤਾਂ ਉਸ ਨੂੰ ਆਪਾਂ ਕਲਟੀਵੇਟ ਕਹਿੰਦੇ ਆ। The chief Qazi Wahabullah tried his utmost to persuade the Guru to accept Islam। ਤਾਂ ਹੁਣ ਤੁਹਾਨੂੰ ਪਤਾ ਹੈ ਗੁਰੂ ਜੀ ਆਗਰਾ 'ਚ ਜਦੋਂ ਮੁਗਲ ਫੌਜਾਂ ਨੇ ਉਹਨਾਂ ਨੂੰ ਲੈ ਗਏ ਸੀਗੇ, ਮੁਗਲ ਫੌਜਾਂ ਉਹਨਾਂ ਨੂੰ ਲੈ ਕੇ ਚਲੀਆਂ ਗਈਆਂ ਸੀ, ਤਾਂ ਉਸ ਸਮੇਂ ਜਦੋਂ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਤਾਂ ਉਦੋਂ ਚੀਫ ਕਾਜ਼ੀ ਸੀਗਾ ਵਹਾਬੁੱਲਾ। ਇਹ ਨਾਮ ਯਾਦ ਕਰਨਾ। ਕਾਜ਼ੀ ਸਮਝਦੇ ਹੋ ਨਾ, ਤਾਂ ਚੀਫ ਕਾਜ਼ੀ ਜਿਹੜਾ ਕਿ ਜਿਵੇਂ ਆਪਣੇ ਇੱਥੇ ਜੱਜ ਹੁੰਦੇ ਆ, ਉਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਕਾਜ਼ੀ ਕਹਿੰਦੇ ਸੀਗੇ। ਤਾਂ ਉਸਨੇ ਆਪਣੀ ਪੂਰੀ ਵਾਹ ਲਗਾਈ। ਟਰਾਈ ਹਿਜ਼ ਅਟਮੋਸਟ, ਟਰਾਈ ਹਿਜ਼ ਅਟਮੋਸਟ ਦਾ ਮਤਲਬ ਹੁੰਦਾ ਹੈ ਪੂਰੀ ਵਾਹ ਲਾਣੀ, ਇਕੱਠਾ ਹੀ ਆਉਂਦਾ ਇਹ, ਕਿ ਗੁਰੂ ਜੀ ਇਸਲਾਮ ਨੂੰ ਸਵੀਕਾਰ ਕਰ ਲੈਣ। ਇਸਲਾਮ ਆਏ ਵੱਡੀ ਹੈ, ਧਰਮ ਦਾ ਨਾਮ ਹੈ। ਗੁਰੂ ਤੇਗ ਬਹਾਦਰ ਵੁੱਡ ਐਟ ਨੋ ਕੋਸਟ ਗਿਵ ਅਪ ਹਿਜ਼ ਫੇਥ। ਗੁਰੂ ਤੇਗ ਬਹਾਦਰ ਜੀ ਕਿਸੇ ਵੀ ਕੀਮਤ ਤੇ, ਐਟ ਨੋ ਕੋਸਟ, ਐਟ ਨੋ ਕੋਸਟ ਇਕੱਠਾ ਆਉਂਦਾ, ਇਹਦਾ ਮਤਲਬ ਹੁੰਦਾ ਹੈ ਕਿਸੇ ਵੀ ਕੀਮਤ ਤੇ, ਕਿਸੇ ਵੀ ਕੀਮਤ ਤੇ ਆਪਣਾ ਧਰਮ ਛੱਡ ਨਹੀਂ ਸੀ ਸਕਦੇ। ਗਿਵ ਅਪ, ਗਿਵ ਅਪ ਸ਼ਬਦ ਬਹੁਤ ਵਾਰੀ ਆਇਆ ਪਹਿਲਾਂ। ਗਿਵ ਅਪ ਦਾ ਮਤਲਬ ਕੀ ਹੁੰਦਾ? ਛੱਡਣਾ, ਹਾਰ ਮੰਨਣੀ। ਗੁਰੂ ਜੀ ਨੇ ਧਾਰ ਲਿਆ ਸੀ ਹਾਰ ਨਹੀਂ ਮੰਨਣੀ, ਆਪਣਾ ਫੇਥ ਨਹੀਂ ਛੱਡਣਾ। ਫੇਥ ਦਾ ਮਤਲਬ ਧਰਮ ਨਹੀਂ ਛੱਡਣਾ। ਇਨ ਆਰਡਰ ਟੂ ਟੈਰੀਫਾਈ ਦਾ ਗੁਰੂ ਇਨਟੂ ਸਬਮਿਸ਼ਨ, ਤਾਂ ਗੁਰੂ ਜੀ ਨੂੰ ਇਸਲਾਮ ਕਬੂਲ ਕਰਵਾਉਣ ਦੇ ਲਈ ਉਹਨਾਂ ਨੂੰ ਡਰਾਇਆ ਗਿਆ। ਟੈਰੀਫਾਈ ਦਾ ਮਤਲਬ ਹੁੰਦਾ ਜੀ ਡਰਾਉਣਾ। ਤਾਂ ਗੁਰੂ ਜੀ ਨੂੰ ਡਰਾਉਣ ਦੇ ਲਈ, ਤਾਂ ਕਿ ਉਹ ਸਬਮਿਸ਼ਨ ਕਰ ਲੈਣ। ਸਬਮਿਸ਼ਨ ਦਾ ਮਤਲਬ ਉਹ ਈਨ ਮੰਨ ਲੈਣ, ਈਨ ਮੰਨਣਾ। ਸਬਮਿਸ਼ਨ ਦਾ ਮਤਲਬ ਹੁੰਦਾ ਜੀ ਈਨ ਮੰਨਣਾ ਪੰਜਾਬੀ 'ਚ, ਤਾਂ ਈਨ ਮੰਨ ਲੈਣ। ਮੁਗਲ ਆਫੀਸ਼ੀਅਲਸ
torture one of his disciples, Bhai Mati Das, most barbarously by sawing him alive। ਤਾਂ ਜਿਹੜੇ ਮੁਗਲ ਅਧਿਕਾਰੀ ਸੀ, ਅਫੀਸ਼ੀਅਲ ਦਾ ਮਤਲਬ ਅਧਿਕਾਰੀ ਹੋ ਗਿਆ, ਉਹਨਾਂ ਨੇ ਉਹਨਾਂ ਦੇ ਇੱਕ ਡਿਸਾਈਪਲ ਨੂੰ, ਡਿਸਾਈਪਲ ਦਾ ਮਤਲਬ ਹੁੰਦਾ ਬੱਚਿਓ ਅਨੁਯਾਈ, ਸੇਵਕ, ਉਹਨਾਂ ਦਾ ਇੱਕ ਸੇਵਕ ਸੀਗਾ ਭਾਈ ਮਤੀ ਦਾਸ। ਭਾਈ ਮਤੀ ਦਾਸ ਨੂੰ ਬਹੁਤ ਹੀ ਵਹਿਸ਼ੀ ਤਰੀਕੇ ਨਾਲ, ਬਾਰਬੇਰਸਲੀ, ਬਾਰਬੇਰਸ ਤੋਂ ਬਾਰਬੇਰਸਲੀ ਬਣਦਾ ਹੈ, ਤਾਂ ਬਾਰਬੇਰਸਲੀ ਦਾ ਮਤਲਬ ਹੁੰਦਾ ਹੈ ਵਹਿਸ਼ੀ, ਵਹਿਸ਼ੀ ਤਰੀਕੇ ਦੇ ਨਾਲ ਕੀ ਕੀਤਾ, 100 ਕਰਤਾ ਜਿਉਂਦੇ ਹੀ। 100 ਦਾ ਮਤਲਬ ਕੀ ਹੁੰਦਾ ਬੇਟਾ, 100, SAW, ਇਹ ਸੀ 100 ਸੀਨ ਨਹੀਂ ਹੈ, ਇਹ 100 ਇੱਥੇ ਫਸਟ ਵਰਬ ਵਾਲਾ ਹੈ, 100, 100 ਸੌਡ, ਸੌਡ ਈਡੀ ਲੱਗਦੀ ਹੈ, ਫਰਕ ਹੈ। ਜਿਹੜੀ ਸੀ ਹੁੰਦੀ ਹੈ ਉਹਦੀਆਂ ਵਰਬ ਦੀਆਂ ਫਾਰਮ ਹੁੰਦੀਆਂ ਸੀ 100 ਸੀਨ, ਹੈ ਨਾ, ਉਹਦਾ ਮਤਲਬ ਹੁੰਦਾ ਦੇਖਣਾ। ਜਿਹੜਾ 100 ਹੁੰਦਾ ਹੈ SAW, ਇਹਦੀਆਂ ਵਰਬ ਦੀਆਂ ਫਾਰਮਾਂ ਹੁੰਦੀਆਂ ਹੈ ਸੌਡ, 100 ਸੌਡ, ਸੌਡ, ਤਾਂ ਇਹਦਾ ਮਤਲਬ ਹੁੰਦਾ ਹੈ ਆਰੇ ਨਾਲ ਚੀਰਨਾ, 100, ਤਾਂ ਉਹਨਾਂ ਨੂੰ ਜਿਉਂਦੇ ਆਰਿਆਂ ਨਾਲ ਚਿਰਿਆ ਗਿਆ। ਕਿਹਨੂੰ, ਭਾਈ ਮਤੀ ਦਾਸ ਲਈ, ਭਾਈ ਮਤੀ ਦਾਸ ਨੂੰ। ਕਿਉਂ, ਗੁਰੂ ਜੀ ਨੂੰ ਡਰਾਉਣ ਦੇ ਲਈ, ਤਾਂ ਕਿ ਉਹ ਈਨ ਮੰਨ ਲੈਣ। Another disciple, ਭਾਈ ਦਿਆਲ ਦਾਸ, was boiled in a huge cauldron of hot water। ਤੇ ਇੱਕ ਹੋਰ ਸੇਵਕ ਸੀਗੇ ਜੀ, ਉਹਨਾਂ ਦਾ ਨਾਮ ਸੀ ਭਾਈ ਦਿਆਲ ਦਾਸ, ਉਹਨਾਂ ਨੂੰ ਉਬਾਲਿਆ ਗਿਆ, ਬੋਇਲਡ ਮਤਲਬ ਕਿ ਗਰਮ ਪਾਣੀ ਦੇ ਵਿੱਚ ਉਹਨਾਂ ਨੂੰ ਪਾਇਆ ਗਿਆ, ਜੋ ਕਿ ਇੱਕ ਬਹੁਤ ਵੱਡਾ ਕੌਲਡਰਨ ਸੀ। ਹਿਊਜ, ਹਿਊਜ ਦਾ ਮਤਲਬ ਹੁੰਦਾ ਵੱਡਾ, ਕੌਲਡਰਨ ਦਾ ਮਤਲਬ ਹੁੰਦਾ ਬੱਚਿਓ ਬਹੁਤ ਸਾਰਾ ਵੱਡਾ ਭਾਂਡਾ ਹੁੰਦਾ ਹੈ, ਤੇਗ ਜਿਹਨੂੰ ਆਪਾਂ ਕਹਿੰਦੇ ਆ ਨਾ, ਬਹੁਤ ਵੱਡਾ ਦੇਗਾ ਹੁੰਦਾ, ਉਹਦੇ ਵਿੱਚ ਪਾਣੀ ਪਾ ਕੇ ਉਬਾਲ ਕੇ ਉਹਦੇ ਵਿੱਚ ਭਾਈ ਦਿਆਲ ਦਾਸ ਨੂੰ ਉਸ ਗਰਮ ਪਾਣੀ ਦੇ ਵਿੱਚ ਪਾਇਆ ਗਿਆ, ਇਸ ਤਰ੍ਹਾਂ ਸ਼ਹੀਦ ਕੀਤਾ ਗਿਆ। ਐਂਡ ਸਟਿਲ ਅਨਦਰ ਭਾਈ ਸਤੀ ਦਾਸ ਵਾਸ ਬਰਨਟ ਅਲਾਈਵ। ਅਤੇ ਇੱਕ ਹੋਰ ਭਾਈ ਸਤੀ ਦਾਸ ਸੀਗਾ ਜੀ, ਇਹਨਾਂ ਦੇ ਸੇਵਕ ਸੀਗੇ, ਉਹਨਾਂ ਨੂੰ ਜਿਉਂਦੇ ਹੀ ਸਾੜ ਦਿੱਤਾ ਗਿਆ। ਫਾਇਰ, ਬਰਨ, ਬਰਨਟ, ਬਰਨਟ ਵਰਬ ਦੀਆਂ ਫਾਰਮਸ ਹੁੰਦੀਆਂ। ਤਾਂ ਹੁਣ ਤੁਸੀਂ ਇਹਨਾਂ ਤਿੰਨਾਂ ਦੇ ਨਾਮ ਬੇਟਾ ਯਾਦ ਰੱਖਣੇ। ਭਾਈ ਮਤੀ ਦਾਸ ਨੂੰ 100 ਕੀਤਾ ਗਿਆ, ਆਰੇ ਨਾਲ ਚਿਰਿਆ ਗਿਆ। ਭਾਈ ਦਿਆਲ ਦਾਸ ਨੂੰ ਬੋਇਲ ਕੀਤਾ ਗਿਆ ਗਰਮ ਪਾਣੀ ਦੇ ਕੜਾਹੇ 'ਚ, ਤੇ ਭਾਈ ਸਤੀ ਦਾਸ ਨੂੰ ਜਿਉਂਦਿਆਂ ਸਾੜਿਆ ਗਿਆ ਅੱਗ ਲਾ ਕੇ। All these inhuman acts were performed before the eyes of Guru Tegh Bahadur। ਹੁਣ ਇਹ ਸਾਰੇ ਅਣਮਨੁੱਖੀ ਕੰਮ, ਇਨਹਿਊਮਨ, ਇੱਕ ਤਾਂ ਹੁੰਦੇ ਆ ਬੇਟਾ ਮਨੁੱਖ ਵਾਲੇ ਕੰਮ, ਉਹਨੂੰ ਆਪਾਂ ਹਿਊਮਨ ਕਹਿੰਦੇ ਆ, ਮਨੁੱਖੀ ਕੰਮ ਜੋ ਮਨੁੱਖ ਕਰਦਾ ਹੈ। ਮਨੁੱਖ ਇਹ ਕੰਮ ਤਾਂ ਨਹੀਂ ਕਰਦਾ, ਆਰੇ ਨਾਲ ਚੀਰਦਾ ਮਨੁੱਖ ਨੂੰ, ਇਹ ਕੰਮ ਇਨਹਿਊਮਨ ਨੇ, ਮਤਲਬ ਕਿ ਅਣਮਨੁੱਖੀ ਕੰਮ ਕਿਹਦੇ ਅੱਗੇ ਕੀਤੇ ਗਏ, ਗੁਰੂ ਤੇਗ ਬਹਾਦਰ ਜੀ ਦੇ ਅੱਗੇ, ਬਿਫੋਰ ਦਾ ਆਈਜ਼। ਇਨਹਿਊਮਨ, ਹਿਊਮਨ ਦਾ ਐਂਟੋਨੀਮ ਹੈ, ਉਲਟਾ ਹੈ, ਆਪੋਜ਼ਿਟ ਵਰਡ ਹੈ। The Guru sat absorbed in deep meditation all the time। ਤਾਂ ਗੁਰੂ ਜੀ ਇਸ ਸਮੇਂ ਦੇ ਦੌਰਾਨ ਜਦੋਂ ਇਹ ਸਾਰੇ ਕੰਮ ਹੋ ਰਹੇ ਸੀ, ਇਨਹਿਊਮਨ ਐਕਟਸ ਹੋ ਰਹੇ ਸੀ, ਗੁਰੂ ਜੀ ਆਪਣੀ ਸਾਧਨਾ ਦੇ ਵਿੱਚ, ਆਪਣੀ ਭਗਤੀ ਦੇ ਵਿੱਚ ਲੀਨ ਰਹੇ। ਐਬਜ਼ੌਰਬ ਦਾ ਮਤਲਬ ਹੁੰਦਾ ਬੇਟਾ ਲੀਨ ਹੋਣਾ, ਤੇ ਡੀਪ ਮੈਡੀਟੇਸ਼ਨ ਦਾ ਮਤਲਬ ਹੁੰਦਾ ਸਮਾਧੀ ਲਗਾਉਂਦੇ ਆ ਜਦ ਆਪਾਂ ਭਗਤੀ ਕਰਦੇ ਆ, ਉਸ ਨੂੰ ਆਪਾਂ ਕਹਿੰਦੇ ਆ ਡੀਪ ਮੈਡੀਟੇਸ਼ਨ। He did not waver, and even when the Mughal officials again tried to persuade him to change his mind, ਉਹ ਬਿਲਕੁਲ ਨਹੀਂ ਡੋਲੇ। ਵੇਵਰ ਦਾ ਮਤਲਬ ਹੁੰਦਾ ਡੋਲਣਾ, ਬਿਲਕੁਲ ਨਹੀਂ ਡੋਲੇ। ਅਤੇ ਇੱਥੋਂ ਤੱਕ ਕਿ ਜਦੋਂ ਮੁਗਲ ਅਧਿਕਾਰੀਆਂ ਨੇ ਉਹਨਾਂ ਨੂੰ ਪਰਸੁਏਡ ਕਰਨਾ, ਪਰਸੁਏਡ ਕੱਲ ਵੀ ਸ਼ਬਦ ਆਇਆ ਸੀ, ਕੀ ਸੀਗਾ ਜੀ ਪਰਸੁਏਡ ਦਾ ਮਤਲਬ, ਕਿ ਜਦੋਂ ਜ਼ੋਰ ਜ਼ਬਰਦਸਤੀ ਨਾਲ ਆਪਾਂ ਕਿਸੇ ਨੂੰ ਮਨਾਉਂਦੇ ਆ ਉਹਨੂੰ ਪਰਸੁਏਡ ਕਹਿੰਦੇ ਆ। ਜਦੋਂ ਉਹਨਾਂ ਦਾ ਮਾਈਂਡ ਚੇਂਜ ਕਰਨ ਦੀ ਜ਼ੋਰ ਜ਼ਬਰਦਸਤੀ ਕੀਤੀ ਗਈ, he expressed his determination that he was prepared to lay down his life but not renounce his faith। ਤਾਂ ਉਹਨਾਂ ਨੇ ਆਪਣੀ ਦ੍ਰਿੜ ਇਰਾਦੇ ਨੂੰ ਐਕਸਪ੍ਰੈਸ ਕਰਤਾ, ਜ਼ਾਹਿਰ ਕਰਤਾ। ਡਿਟਰਮੀਨੇਸ਼ਨ ਦਾ ਮਤਲਬ ਦ੍ਰਿੜ ਇਰਾਦਾ, ਕਿ ਉਹ ਤਿਆਰ ਨੇ, ਪ੍ਰੀਪੇਅਰ ਨੇ ਟੂ ਲੇ ਡਾਊਨ ਹਿਜ਼ ਲਾਈਫ। ਲੇ ਡਾਊਨ ਬੇਟਾ ਕੱਲ ਵੀ ਆਇਆ ਸੀ, ਲੇ ਡਾਊਨ ਦਾ ਮਤਲਬ ਹੁੰਦਾ ਹੈ ਨਿਛਾਵਰ ਕਰਨਾ, ਕਿ ਆਪਣੀ ਲਾਈਫ ਨੂੰ ਨਿਛਾਵਰ ਕਰਨ ਦੇ ਲਈ ਉਹ ਤਿਆਰ ਨੇ, ਪਰੰਤੂ ਉਹ ਆਪਣਾ ਫੇਥ ਰਿਨਾਊਂਸ ਨਹੀਂ ਕਰਨਗੇ। ਰਿਨਾਊਂਸ ਦਾ ਮਤਲਬ ਹੁੰਦਾ ਹੈ ਛੱਡਣਾ, ਆਪਣਾ ਧਰਮ ਨਹੀਂ ਛੱਡਣਗੇ, ਆਪਣੀ ਜ਼ਿੰਦਗੀ ਲੇਖੇ ਲਾ ਦੇਣਗੇ, ਧਰਮ ਨੂੰ ਨਹੀਂ ਛੱਡਣਗੇ। Thereafter he was shut in a cage। ਇਸ ਤੋਂ ਬਾਅਦ ਉਹਨਾਂ ਨੂੰ ਇੱਕ ਪਿੰਜਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ। ਕੇਜ ਦਾ ਮਤਲਬ ਪਿੰਜਰਾ। Finding him unrelenting, orders were issued by Aurangzeb that the Guru be executed publicly in Chandni Chowk। ਜਦੋਂ ਉਹ ਅਡੋਲ ਨਾ ਹੋਏ,
फाइंडिंग हिम अनरिलेंटिंग। अनरिलेंटिंग का मतलब बंदा अडोल नहीं हुंदा, जदों ਉਹਨੂੰ ਆਪਾਂ अनरिलेंटिंग कहने हैं। ठीक है, गुरु जी अडोल रहे। ये देख के ऑर्डर्स इशू किए गए औरंगजेब द्वारा कि गुरु जी ਨੂੰ ਐਗਜ਼ੀਕਿਊਟ ਕੀਤਾ ਜਾਵੇ, ਉਹਨਾਂ ਨੂੰ ਸ਼ਹੀਦ ਕੀਤਾ ਜਾਵੇ ਪਬਲਿਕਲੀ ਲੋਕਾਂ ਦੇ ਸਾਹਮਣੇ ਚਾਂਦਨੀ ਚੌਂਕ ਦੇ ਵਿੱਚ। ਨਾ ਚਾਂਦਨੀ ਚੌਂਕ ਕਿੱਥੇ ਹੈ ਜੀ? ਦਿੱਲੀ 'ਚ। ਦਿੱਲੀ 'ਚ ਚਾਂਦਨੀ ਚੌਂਕ ਹੈ, ਉੱਥੇ ਉਹਨਾਂ ਨੂੰ ਐਗਜ਼ੀਕਿਊਟ ਕੀਤਾ ਜਾਵੇ। ਦਿਸ ਵਾਜ਼ ਅਨਾउंस्ड ਬਾय ਬੀਟ ਆਫ ਡਰਮ ਇਨ ਦਾ ਹੋਲ ਸਿਟੀ। ਦੇਖੋ ਇਹ ਗੱਲ ਦਾ ਢੰਡੋਰਾ ਪਿੱਟਿਆ ਗਿਆ, ਇਸ ਗੱਲ ਦਾ ਢੰਡੋਰਾ ਪਿੱਟਿਆ ਗਿਆ ਬੀਟ ਆਫ ਡਰਮ, ਡਰਮ ਦੀ ਥਾਪ ਨਾਲ ਪੂਰੀ ਸ਼ਹਿਰ ਦੇ ਵਿੱਚ ਕਿ ਗੁਰੂ ਜੀ ਨੂੰ ਸ਼ਹੀਦ ਕੀਤਾ ਜਾਣਾ। People were shocked that the emperor had ordered the execution of such a holy man as the Guru। ਤਾਂ ਲੋਕੀ ਬੜੇ ਸ਼ੌਕ ਹੋ ਗਏ, ਬਹੁਤ ਜ਼ਿਆਦਾ ਉਹਨਾਂ ਨੂੰ ਹੈਰਾਨੀ ਹੋਈ ਕਿ ਐਂਪਰਰ ਸ਼ਹਿਨशाह ਨੇ ਇੰਨੇ ਪਵਿੱਤਰ ਇਨਸਾਨ, ਗੁਰੂ ਜੀ ਵਰਗੇ ਪਵਿੱਤਰ ਇਨਸਾਨ ਨੂੰ ਸ਼ਹੀਦ ਕਰਨ ਦੇ ਆਰਡਰ ਜਾਰੀ ਕੀਤੇ ਹੈ। ਐਗਜ਼ੀਕਿਊਸ਼ਨ ਤਾਂ ਉਹਨਾਂ ਨੂੰ ਸ਼ਹੀਦ ਕਰਨ ਦੇ ਆਰਡਰ ਜਾਰੀ ਕੀਤੇ ਹੋਏ ਹੈ। ਮਤਲਬ ਇਹ ਲੋਕ ਜਾਣ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋਏ। ਤਾਂ ਟੌਰਚਰ ਦਾ ਮਤਲਬ ਹੁੰਦਾ ਜੀ ਜਦ ਆਪਾਂ ਕਿਸੇ ਨੂੰ ਤਸੀਹੇ ਦਿੰਦੇ ਆ। ਸਿਵੀਅਰ ਸਫਰਿੰਗ, तो वर्ब देखो पई हुई है, वी पई हुई है, ਇਹਦਾ मतलब है एक लॉन्ग ब्लेड ਦੇ ਨਾਲ बॉडी ਨੂੰ ਚੀਰਨਾ। ਕੌਲਡਰਨ ਇੱਕ ਲਾਰਜ ਡੀਪ ਪੋਟ ਹੈ, ਬਹੁਤ ਵੱਡਾ ਭਾਂਡਾ ਹੁੰਦਾ ਹੈ ਜਿਹਦੇ ਵਿੱਚ ਚੀਜ਼ਾਂ ਨੂੰ ਬੋਇਲ ਕੀਤਾ ਜਾਂਦਾ ਹੈ। ਰਿਨਾਉਂਸ ਛੱਡ ਦੇਣਾ, ਕਿਸੇ ਚੀਜ਼ ਨੂੰ ਜਦ ਆਪਾਂ ਛੱਡ ਦਿੰਦੇ ਆ ਉਹਨੂੰ ਰਿਨਾਉਂਸ ਕਹਿੰਦੇ ਆ। ਅਨਰਿਲੈਂਟਿੰਗ ਜਦੋਂ ਤੁਸੀਂ ਅਡੋਲ ਰਹਿੰਦੇ ਹੋ ਉਹਨੂੰ ਕਹਿੰਦੇ ਨੇ ਬਿਕਮਿੰਗ ਲੈਸ ਇੰਟੈਂਸਿਟੀ। ਐਗਜ਼ੀਕਿਊਟ ਕਿ ਜਦੋਂ ਕਿਸੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਕਿ ਉਸ ਨੂੰ ਮਾਰਿਆ ਜਾਵੇ, ਐਗਜ਼ੀਕਿਊਟ ਇਹ ਵਰਬ ਹੈ। ਤਾਂ ਇਹ ਵਰਡ ਸੀਗੇ ਜਿਹੜੇ ਤੁਹਾਡੇ ਇਸ ਪੈਰੇ ਦੇ ਵਿੱਚ ਆਏ ਨੇ। 9th ਪੈਰਾ, on November 11, 1675 Guru Tegh Bahadur took his early morning bath and recited the sacred Japu Ji। 11 ਨਵੰਬਰ 1675 ਦਾ ਦਿਨ ਯਾਦ ਰੱਖਣਾ ਬੇਟਾ ਤੁਸੀਂ। ਤਾਂ 11 ਨਵੰਬਰ 1675 ਵਾਲੇ ਦਿਨ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਕੀਤਾ ਜਲਦੀ ਹੀ ਅਤੇ ਜਪੂ ਜੀ ਸਾਹਿਬ ਦਾ ਪਾਠ ਕੀਤਾ। ਰਿਸਾਈਟ ਦਾ ਮਤਲਬ ਹੁੰਦਾ ਹੈ ਪਾਠ ਕਰਨਾ। ਦੇਅਰ ਆਫਟਰ ਹੀ ਵਾਸ ਬ੍ਰੌਟ ਆਊਟ ਆਫ ਦਾ ਕੋਤਵਾਲੀ ਐਂਡ ਸੀਟਡ ਔਨ ਅ ਪਲੇਟਫਾਰਮ। ਉਸ ਤੋਂ ਬਾਅਦ ਉਹਨਾਂ ਨੂੰ ਕੋਤਵਾਲੀ ਤੋਂ ਬਾਹਰ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਅਤੇ ਇੱਕ ਥੜੇ ਦੇ ਉੱਪਰ, ਪਲੇਟਫਾਰਮ ਦਾ ਮਤਲਬ ਹੁੰਦਾ ਹੈ ਥੜਾ, ਇੱਕ ਥੜੇ ਦੇ ਉੱਪਰ ਬਿਠਾਇਆ ਗਿਆ। ਹਿੰਦੂਜ਼ ਐਂਡ ਮੁਸਲਿਮ ਹੈਡ ਗੈਦਰਡ ਦੇਅਰ ਇਨ ਲਾਰਜ ਨੰਬਰ। ਉੱਥੇ ਬਹੁਤ ਜ਼ਿਆਦਾ ਹਿੰਦੂ ਤੇ ਮੁਸਲਮਾਨ ਲੋਕ ਇਕੱਠੇ ਹੋਏ ਸੀ। ਇਨ ਲਾਰਜ ਨੰਬਰਸ ਇਕੱਠਾ ਆਉਂਦਾ ਹੈ, ਇਹਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ। ਗੁਰੂ ਤੇਗ ਬਹਾਦਰ ਸੈਟ ਐਬਜ਼ੌਰਬਡ ਇਨ ਡੀਪ ਮੈਡੀਟੇਸ਼ਨ। ਦੁਬਾਰਾ ਦੇਖੋ ਲਾਈਨ ਆਈ ਹੈ, ਗੁਰੂ ਤੇਗ ਬਹਾਦਰ ਜੀ ਭਗਤੀ ਦੇ ਵਿੱਚ ਲੀਨ ਰਹੇ। ਐਬਜ਼ੌਰਬ ਦਾ ਮਤਲਬ ਹੁੰਦਾ ਬੇਟਾ ਲੀਨ ਰਹਿਣਾ, ਪਹਿਲਾਂ ਵੀ ਆਇਆ ਸੀ। ਤੇ ਡੀਪ ਮੈਡੀਟੇਸ਼ਨ ਆਪਾਂ ਭਗਤੀ ਨੂੰ ਕਹਿੰਦੇ ਆ ਜਾਂ ਪਾਠ ਕਰਨ ਨੂੰ ਕਹਿੰਦੇ ਆ। The executioner took out his sword and at one stroke severed the guru's head from the body। executioner ਦੇਖੋ ਇੱਕ ਸ਼ਬਦ ਆਇਆ ਸੀ ਪਹਿਲਾਂ, ਐਗਜ਼ੀਕਿਊਟ ਆਇਆ ਸੀ ਨਾ। ਐਗਜ਼ੀਕਿਊਟ ਦਾ ਮਤਲਬ ਮੈਂ ਦੱਸਿਆ ਸੀਗਾ ਕਿ ਕੋਈ ਕੰਮ ਨਿਪਰੇ ਚਾੜਨਾ ਜਾਂ ਕਿਸੇ ਨੂੰ ਕਤਲ ਕਰਨਾ ਵੀ ਕਹਿੰਦੇ ਨੇ ਐਗਜ਼ੀਕਿਊਟ। ਐਗਜ਼ੀਕਿਊਟ ਤੋਂ ਐਗਜ਼ੀਕਿਊਸ਼ਨਰ ਬਣਦਾ ਹੈ, ਈ ਕੱਟ ਕੇ IONER ਲੱਗ ਜਾਂਦਾ ਹੈ। ਤਾਂ ਐਗਜ਼ੀਕਿਊਟ ਤੋਂ ਐਗਜ਼ੀਕਿਊਸ਼ਨਰ ਬਣ ਗਿਆ। ਐਗਜ਼ੀਕਿਊਟ ਇਜ਼ ਅ ਵਰਬ, ਐਗਜ਼ੀਕਿਊਸ਼ਨਰ ਇਜ਼ ਅ ਨਾउन। ਐਗਜ਼ੀਕਿਊਟ ਕਤਲ ਕਰਨਾ, ਐਗਜ਼ੀਕਿਊਸ਼ਨਰ ਕਤਲ ਕਰਨ ਵਾਲਾ। ਉਹਨੂੰ ਆਪਾਂ ਕੀ ਕਹਿੰਦੇ ਆ? ਜਲਾਦ। ਤਾਂ ਜਲਾਦ ਨੇ ਕੀ ਕਰਿਆ ਜੀ? ਆਪਣੀ ਤਲਵਾਰ ਕੱਢੀ, ਟੁਕ ਆਊਟ ਹਿਸ sword ਅਤੇ ਇੱਕ ਝਟਕੇ ਦੇ ਨਾਲ ਗੁਰੂ ਜੀ ਦਾ ਸਿਰ ਉਹਨਾਂ ਦੀ ਬੋਡੀ ਤੋਂ ਸੈਵਰ, ਜੁਦਾ ਕਰਤਾ। ਸੈਵਰ ਦਾ ਮਤਲਬ ਹੁੰਦਾ ਹੈ ਕੱਟ ਕਰਨਾ। ਪੀਪਲ ਕ੍ਰਾਈਡ ਆਊਟ ਇਨ ਐਂਗੁਇਸ਼। ਐਂਗੁਇਸ਼ ਦਾ ਮਤਲਬ ਹੁੰਦਾ ਬੱਚਿਓ ਪੇਨ, ਬਹੁਤ ਜ਼ਿਆਦਾ ਜਦੋਂ ਦੁੱਖ ਹੁੰਦਾ ਹੈ ਕਿਸੇ ਬੰਦੇ ਨੂੰ ਉਹਨੂੰ ਆਪਾਂ ਐਂਗੁਇਸ਼ ਕਹਿੰਦੇ ਆ, ਜਿਹਦੀ ਕੋਈ ਸੀਮਾ ਨਹੀਂ ਹੁੰਦੀ ਦੁੱਖ ਦੀ। ਤਾਂ ਗੁਰੂ ਜੀ ਪੀਪਲ ਜਿਹੜੇ ਲੋਕ ਸੀਗੇ ਉਹ ਇਹ ਦੇਖ ਕੇ ਬਹੁਤ ਜ਼ਿਆਦਾ ਦੁਖੀ ਹੋਏ। ਵਟ ਹੌਰਰ, ਕਿੰਨੀ ਮਾੜੀ ਗੱਲ ਹੈ। ਅ ਸੇਂਟਲੀ ਮੈਨ ਹੈਜ਼ ਬੀਨ ਕਿਲਡ। ਇੱਕ ਰੱਬ ਵਰਗਾ ਬੰਦਾ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ। ਹੈਜ਼ ਬੀਨ ਕਿਲਡ, ਤਾਂ ਇਹ ਲੋਕਾਂ ਨੇ ਕਿਹਾ। 10ਵਾਂ ਪੈਰਾ ਹੈ ਜੀ, ਸਡਨਲੀ ਅ ਡਾਰਕ ਫਿਊਰੀਅਸ ਥੰਡਰ ਸਟੋਰਮ enveloped the city, enveloped the city, even nature shed tears of grief at this heinous crime committed by the tyrannical Mughal rulers। ਕਹਿੰਦੇ ਜਿਵੇਂ ਹੀ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ, ਅਚਾਨਕ ਇੱਕ ਕਾਲਾ, ਡਾਰਕ, ਫਿਊਰੀਅਸ, ਡਰਾਉਣ ਵਾਲਾ ਥੰਡਰਸਟੋਰਮ। ਥੰਡਰਸਟੋਰਮ ਦਾ ਮਤਲਬ ਕਿ ਤੂਫਾਨ, ਜਦੋਂ ਕੋਈ ਆਵਾਜ਼ ਦੇ ਨਾਲ ਹੈ ਨਾ
ਬਾਰਿਸ਼ ਦੇ ਨਾਲ ਐਦਾਂ ਦਾ ਸਟਾਰਮ ਚੱਲਦਾ ਹੈ, ਤੂਫਾਨ ਚੱਲਦਾ, ਉਹਨੂੰ ਆਪਾਂ ਥੰਡਰ ਸਟਾਰਮ ਕਹਿੰਦੇ ਆ। ਤਾਂ ਉਸਨੇ ਪੂਰੀ ਸ਼ਹਿਰ ਨੂੰ ਆਪਣੀ ਗਿਰਫਤ 'ਚ ਲੈ ਲਿਆ। ਐਨਵੈਲਪ ਦਾ ਮਤਲਬ ਹੁੰਦਾ ਬੱਚਿਓ ਕਿਸੇ ਚੀਜ਼ ਦੇ ਆਲੇ ਦੁਆਲੇ ਛਾ ਜਾਣਾ, ਉਹਨੂੰ ਐਨਵੈਲਪ ਕਹਿੰਦੇ ਆ। ਤਾਂ ਪੂਰੀ ਸਿਟੀ ਦੇ ਆਲੇ ਦੁਆਲੇ ਛਾ ਗਿਆ ਜੀ ਉਹ। ਇਵਨ ਨੇਚਰ ਦੀ ਦੇਖੋ ਐਨ ਵੱਡੀ ਹੈ, ਇੱਥੇ ਕੁਦਰਤ ਨੂੰ ਕਿਹਾ ਗਿਆ, ਇੱਥੋਂ ਤੱਕ ਕਿ ਨੇਚਰ ਨੇ ਉਸ ਦਿਨ ਇਸ ਕ੍ਰਿਨਾ ਭਰੇ, ਤਾਂ ਨੇਚਰ ਨੇ ਵੀ ਸ਼ੈਡ ਟੀਅਰਸ। ਸ਼ੈਡ ਟੀਅਰ ਦਾ ਮਤਲਬ ਹੁੰਦਾ ਬੇਟਾ ਆਂਸੂ ਬਹਾਣਾ, ਟੀਅਰਸ ਦਾ ਮਤਲਬ ਆਂਸੂ ਹੁੰਦਾ ਹੈ, ਸ਼ੈਡ ਟੀਅਰਸ ਦਾ ਮਤਲਬ ਅਥਰੂ ਬਹਾਣਾ। ਦੁੱਖ ਦੇ, ਗਰੀਫ ਦਾ ਮਤਲਬ ਦੁੱਖ ਦੇ ਆਂਸੂ ਬਹਾਏ ਕਿਹਦੇ ਤੇ? ਐਟ ਦਿਸ ਹੀਨਸ ਕ੍ਰਾਈਮ। ਹੀਨਸ ਦਾ ਮਤਲਬ ਹੁੰਦਾ ਬੇਟਾ ਘਿਨਾਉਣਾ, ਘਿਨਾਉਣਾ ਕੰਮ ਹੁੰਦਾ, ਉਹਨੂੰ ਆਪਾਂ ਹੀਨਸ ਕਹਿੰਦੇ ਆ। ਇਸ ਘਿਨਾਉਣੇ ਕ੍ਰਾਈਮ ਦੇ ਉੱਪਰ, ਜੁਰਮ ਦੇ ਉੱਪਰ ਜਿਹੜਾ ਕਿਹਨੇ ਕੀਤਾ ਸੀਗਾ? ਜ਼ਾਲਿਮ ਮੁਗਲ ਰੂਲਰਸ ਨੇ, ਮੁਗਲ ਸ਼ਾਸਕਾਂ ਨੇ ਜਿਹੜਾ ਇੰਨਾ ਘਿਨਾਉਣਾ ਕੰਮ ਕੀਤਾ ਸੀ, ਉਸ ਘਿਨਾਉਣੇ ਕੰਮ ਤੇ ਨੇਚਰ ਨੇ ਵੀ ਦੁੱਖ ਦੇ ਆਂਸੂ ਬਹਾਏ। ਪੀਪਲ ਰੈਨ ਫॉर ਕਵਰ, ਲੋਕੀ ਇੱਧਰ ਉੱਧਰ ਭੱਜੇ, ਕਿਉਂਕਿ ਕਵਰ ਦਾ ਮਤਲਬ ਛਾਂ, ਮਤਲਬ ਕਵਰ ਕਰਨ ਲਈ, ਕਿਉਂਕਿ ਉਹਨਾਂ ਦੇ ਉੱਪਰ ਮੀਂਹ ਪੈ ਰਿਹਾ, ਤੂਫਾਨ ਚੱਲ ਰਿਹਾ, ਤਾਂ ਉਹਨਾਂ ਨੇ ਆਸਰਾ ਲੈਣ ਲਈ ਇੱਧਰ ਉੱਧਰ ਭੱਜੇ। ਕਵਰ ਦਾ ਮਤਲਬ ਇੱਥੇ ਆਸਰਾ ਹੋ ਗਿਆ। देयर वाज ग्रेट कॉन्स्टरनेशन। कॉन्स्टरनेशन ਦਾ ਮਤਲਬ ਹੁੰਦਾ ਬੱਚੇ ਜਦੋਂ ਬਹੁਤ ਜ਼ਿਆਦਾ ਹੈਰਾਨੀ ਵਾਲੀ ਗੱਲ ਹੋ ਜਾਏ ਕੋਈ, ਹੈ ਨਾ, ਉਹਨੂੰ ਕਹਿੰਦੇ ਨੇ ਕਨਸਟਰਨੇਸ਼ਨ। ਤਾਂ ਬਹੁਤ ਜ਼ਿਆਦਾ ਹੈਰਾਨ ਭਰਿਆ ਵਾਤਾਵਰਨ ਹੋ ਗਿਆ ਸੀ ਉੱਥੇ। ਇਨ ਦਿਸ ਕਨਫਿਊਜ਼ਨ ਵਨ ਆਫ ਦਾ ਗੁਰੂਜ਼ ਡਿਵੋਟਿਡ ਸਿੱਖ ਭਾਈ ਜੇਤਾ rushed forward and picked up the martyred guru's severed head swiftly, covered it respectfully and slipped out of the crowd। ਤਾਂ ਭਾਈ ਜੇਤਾ ਜੀ ਦਾ ਨਾਮ ਯਾਦ ਰੱਖਣਾ ਹੈ ਜੀ। ਭਾਈ ਜੇਤਾ ਜੀ ਨੇ ਕੀ ਕਰਿਆ? ਇਨ ਦਿਸ ਕਨਫਿਊਜ਼ਨ, ਇਸ ਰੋਲੇ ਰੱਪੇ 'ਚ, ਇੱਥੇ ਕਨਫਿਊਜ਼ਨ ਦਾ ਮਤਲਬ ਹੈ ਰੋਲਾ ਰੱਪਾ, ਕਿਉਂਕਿ ਰੋਲਾ ਰੱਪਾ ਪੈ ਗਿਆ, ਸਾਰੇ ਬੱਚੇ, ਸਾਰੇ ਉੱਥੇ ਬੰਦੇ ਇੱਧਰ ਉੱਧਰ ਫਿਰ ਰਹੇ ਸੀ, ਭੱਜ ਰਹੇ ਸੀਗੇ, ਤੂਫਾਨ ਚੱਲ ਰਿਹਾ ਸੀ। ਤਾਂ ਗੁਰੂ ਜੀ ਦਾ ਇੱਕ ਡਿਵੋਟਿਡ ਸਿੱਖ ਸੀਗਾ, ਇੱਕ ਉਹਨਾਂ ਨੂੰ ਮੰਨਣ ਵਾਲਾ ਸਿੱਖ ਸੀ ਜੋ ਉਹਨਾਂ ਦੇ ਨਾਲ ਜੁੜਿਆ ਹੋਇਆ ਸੀ, ਭਾਈ ਜੇਤਾ। ਉਹ ਅੱਗੇ ਵਧਿਆ, ਰਸ਼ਡ ਫਾਰਵਰਡ, ਅੱਗੇ ਵਧਿਆ, ਅਤੇ ਉਸਨੇ ਕੀ ਕੀਤਾ? ਸ਼ਹੀਦ ਗੁਰੂ ਜੀ ਦਾ ਸੀਸ ਚੱਕ ਲਿਆ, ਪਿਕਡ ਅਪ। ਸਵਿਫਟਲੀ ਦਾ ਮਤਲਬ ਫਟਾਫਟ, ਉਹਨਾਂ ਨੇ ਚੱਕ ਲਿਆ, ਉਸ ਨੂੰ ਆਦਰ ਨਾਲ ਕਵਰ ਕੀਤਾ, ਮਤਲਬ ਕਿ ਉਸ ਨੂੰ ਲਪੇਟਿਆ, ਆਦਰ ਪੂਰਵਕ ਪਕੜ ਕੇ ਉਹ ਕਰਾਊਡ ਦੇ ਵਿੱਚੋਂ ਦੀ ਸਲਿਪ ਆਊਟ ਹੋ ਗਏ, ਮਤਲਬ ਕਿ ਲੰਘ ਗਏ, ਪਤਾ ਨਹੀਂ ਲੱਗਣ ਦਿੱਤਾ ਉਹਨਾਂ ਨੇ। ਇਹ ਕੰਮ ਕਿਹਨੇ ਕੀਤਾ ਜੀ? ਭਾਈ ਜੇਤਾ ਨੇ। ਯਾਦ ਰੱਖਣਾ ਬੇਟਾ, ਕੁਐਸਚਨ ਆ ਜਾਂਦਾ। ਇਨ ਦਾ ਕੰਪਨੀ ਆਫ 2 other Sikhs he reached Kirtpur and delivered the sacred head to his son Guru Gobind Singh, the 10th Guru। ਤਾਂ 2 ਹੋਰ ਸਿੰਘ ਉਹਨਾਂ ਦੇ ਨਾਲ ਗਏ ਜੀ। ਇਨ ਦਾ ਕੰਪਨੀ ਆਫ 2 other Sikhs, 2 ਸਿੱਖਸ ਹੋਰ ਗਏ, ਉਹਨਾਂ ਦੀ ਕੰਪਨੀ ਸੀਗੀ, ਨਾਲ ਗਏ। ਉਹ ਕਿਰਤਪੁਰ ਸਾਹਿਬ ਪਹੁੰਚੇ। ਉਹਨੇ ਯਾਦ ਰੱਖਣਾ ਕਿੱਥੇ ਪਹੁੰਚੇ? ਕਿਰਤਪੁਰ ਸਾਹਿਬ। ਅਤੇ ਉਹਨਾਂ ਨੇ ਇਹ ਜਿਹੜਾ ਸੀਸ ਸੀਗਾ, ਸੈਕਰਡ ਪਵਿੱਤਰ ਸਿਰ ਸੀ ਗੁਰੂ ਜੀ ਦਾ, ਉਹ ਉਹਨਾਂ ਦੇ ਬੇਟੇ ਗੁਰੂ ਗੋਬਿੰਦ ਸਿੰਘ, ਜਿਹੜੇ ਕਿ ਉਸ ਸਮੇਂ 10ਵੇਂ ਗੁਰੂ ਥਾਪੇ ਗਏ ਸੀ, ਉਹਨਾਂ ਨੂੰ ਦੇ ਦਿੱਤਾ। The young Guru embraced the 3 devout Sikhs who belonged to a caste considered low। ਬੇਟਾ ਇਹ ਗੱਲ ਮਤਲਬ ਪੜਨ ਵਾਲੀ ਹੈ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ। ਕਹਿੰਦੇ ਗੁਰੂ ਜੀ ਉਸ ਸਮੇਂ ਯੰਗ ਹੀ ਸੀ, ਛੋਟੇ ਜਿਹੇ ਸੀ, ਉਹਨਾਂ ਨੇ ਉਹਨਾਂ 3 ਡਿਵਾਊਟ ਸਿੱਖਸ ਜੋ ਕਿ ਜੁੜੇ ਹੋਏ ਸਿੱਖ ਸੀਗੇ ਗੁਰੂ ਜੀ ਦੇ ਨਾਲ, ਉਹਨਾਂ ਨੂੰ ਉਹਨਾਂ ਨੇ ਇੰਬਰੇਸ ਕਰ ਲਿਆ। ਇੰਬਰੇਸ ਦਾ ਮਤਲਬ ਹੁੰਦਾ ਬੇਟਾ ਗਲਵਕੜੀ ਪਾਉਣਾ, ਗਲ ਨਾਲ ਲਾਉਣਾ। ਤਾਂ 3 ਸਿੱਖਾਂ ਨੂੰ ਉਹਨਾਂ ਨੇ ਗਲਵਕੜੀ ਪਾਈ, ਹਾਲਾਂਕਿ ਉਹਨਾਂ ਨੂੰ ਇਹ ਮੰਨਿਆ ਜਾਂਦਾ ਸੀ ਕਿ ਉਹ ਨੀਵੀਂ ਜਾਤ ਦੇ। ਉਹ 3 ਸਿੱਖ ਕੌਣ ਸੀਗੇ ਜੀ? ਉਹਨਾਂ ਨੂੰ ਇਹ ਮੰਨਿਆ ਜਾਂਦਾ ਸੀ ਕਿ ਉਹ ਨੀਵੀਂ ਜਾਤ ਦੇ, ਉੱਚੀ ਜਾਤ ਦੇ ਨਹੀਂ ਸੀਗੇ। ਉਹ 3 ਸਿੱਖਾਂ ਨੇ ਦੇਖੋ ਆਪਣੀ ਜਾਨ ਦੀ ਬਾਜ਼ੀ ਲਾ ਕੇ ਗੁਰੂ ਜੀ ਦਾ ਸੀਸ ਉੱਥੇ ਲੈ ਕੇ ਆਏ ਅਤੇ ਉਹਨਾਂ ਦੇ ਬੇਟੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤਾ। ਗੁਰੂ ਗੋਬਿੰਦ ਸਿੰਘ ਹਗਡ ਦਾ ਡਿਵੋਟਿਡ ਸਿੱਖਸ ਐਂਡ ਪ੍ਰਨਾਊਨ। ਗੁਰੂ ਗੋਬਿੰਦ ਜੀ ਨੇ ਉਹਨਾਂ ਨੂੰ ਗਲਵਕੜੀ ਪਾਈ। ਇੱਥੇ ਹੱਕ ਦਾ ਮਤਲਬ ਵੀ ਬੱਚਿਓ ਗਲਵਕੜੀ ਪਾਣਾ ਹੀ ਹੁੰਦਾ ਹੈ। ਉਹਨਾਂ ਨੂੰ ਸਿੱਖਾਂ ਨੂੰ ਆਪਣੇ ਗਲ ਨਾਲ ਲਾਇਆ ਅਤੇ ਬੋਲੇ ਰੰਗਰੇਟੇ ਗੁਰੂ ਕੇ ਬੇਟੇ। ਕੀ ਕਿਹਾ ਉਹਨਾਂ ਨੂੰ? ਰੰਗਰੇਟੇ ਗੁਰੂ ਕੇ ਬੇਟੇ। ਇਹ ਬੇਟਾ ਵਰਡ ਤੁਸੀਂ ਯਾਦ ਰੱਖਣੇ ਹੈ। ਇਹ ਸ਼ਬਦ ਬੋਲੇ ਸੀ ਗੁਰੂ ਜੀ ਨੇ ਉਹਨਾਂ 3 ਸਿੰਘਾਂ ਲਈ ਜਿਹੜੇ ਗੁਰੂ ਜੀ ਦਾ ਸੀਸ ਲੈ ਕੇ ਆਏ ਸੀ ਕਿਰਤਪੁਰ ਸਾਹਿਬ। ਉਹਨਾਂ ਚੋਂ ਇੱਕ ਸਿੰਘ ਦਾ ਨਾਮ ਕੀ ਸੀ? ਭਾਈ ਜੇਤਾ। ਤੇ ਗੁਰੂ ਜੀ ਨੇ ਉਹਨਾਂ ਨੂੰ ਕੀ ਖਿਤਾਬ ਦਿੱਤਾ? ਰੰਗਰੇਟੇ ਗੁਰੂ ਕੇ ਬੇਟੇ। ਇਹਦਾ ਮਤਲਬ ਕੀ ਹੈ? ਰੰਗਰੇਟੇ ਦਾ ਮਤਲਬ ਹੈ ਜੋ ਗੁਰੂ ਜੀ ਦੇ ਪੁੱਤਰ ਹੁੰਦੇ ਉਹਨੂੰ ਰੰਗਰੇਟਾ ਕਿਹਾ ਜਾਂਦਾ। ਗੁਰੂ ਜੀ ਦਾ ਪੁੱਤਰ ਨੂੰ ਰੰਗਰੇਟਾ ਕਿਹਾ ਜਾਂਦਾ। ਗੁਰੂ ਤੇਗ ਬਹਾਦਰ ਹੈਡ ਵਾਸ ਕ੍ਰੀਮੇਟਡ ਵਿਦ ਡਿਊ ਰੈਵਰੈਂਸ ਐਟ ਅਨੰਦਪੁਰ ਸਾਹਿਬ। ਤਾਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਪੂਰੇ ਆਦਰ ਸਤਿਕਾਰ ਦੇ ਨਾਲ ਦਾਹ ਸੰਸਕਾਰ ਕੀਤਾ ਗਿਆ। ਕ੍ਰੀਮੇਟ ਦਾ ਮਤਲਬ ਹੁੰਦਾ ਬੇਟਾ ਦਾਹ ਸੰਸਕਾਰ ਕਰਨਾ, ਤੇ ਇੱਥੇ ਕੀਤਾ ਗਿਆ ਅਨੰਦਪੁਰ ਸਾਹਿਬ 'ਚ।
ਤਾਂ ਇਹ ਵੀ ਯਾਦ ਰੱਖਣਾ ਹੈ। ਕੀਰਤਪੁਰ ਸਾਹਿਬ ਸੀਸ ਲੈ ਕੇ ਆਇਆ ਗਿਆ ਸੀ, ਲੇਕਿਨ ਕ੍ਰੀਮੇਸ਼ਨ ਕਿੱਥੇ ਹੋਈ ਸੀ? ਅਨੰਦਪੁਰ ਸਾਹਿਬ ਹੋਈ ਸੀ। ਤਾਂ ਬੇਟਾ 2 8 ਤੇ 9 ਦੇ ਵਿੱਚ ਇਹਨਾਂ ਦੇ ਵਰਡਸ ਆਏ ਹੈ। ਐਂਗੁਇਸ਼ ਮੈਂ ਪਹਿਲਾਂ ਹੀ ਦੱਸਤਾ, ਜਦੋਂ ਬਹੁਤ ਜ਼ਿਆਦਾ ਸਫਰਿੰਗ ਹੁੰਦੀ ਹੈ, ਦੁੱਖ ਤਕਲੀਫ। ਇੱਥੇ ਦੇਖੋ ਸਫਿੰਗ ਪਾਇਆ ਹੋਇਆ ਨਾ, ਮੇਰੇ ਕੋਲੇ ਸਫਿੰਗ ਪਾਇਆ ਹੋਇਆ, ਇਹ ਗਲਤ ਹੈ। ਵੱਡੀਆਂ ਬੁੱਕ ਦੇ ਵਿੱਚ ਸ਼ਾਇਦ ਜਿਹੜੀਆਂ ਨਵੀਆਂ ਬੁੱਕਸ ਆਈਆਂ ਉਹਨਾਂ 'ਚ ਸਫਰਿੰਗ ਹੈ, ਮੇਰੇ ਕੋਲ ਇੱਥੇ ਸਫਿੰਗ ਪਾਇਆ, ਗਲਤ ਹੈ। ਤਾਂ ਸਫਰਿੰਗ ਹੁੰਦਾ ਜੀ, ਦੁੱਖ ਤਕਲੀਫਾਂ ਨੂੰ ਆਪਾਂ ਐਂਗੁਇਸ਼ ਕਹਿੰਦੇ ਹਾਂ। ਜਦੋਂ ਬਹੁਤ ਜ਼ਿਆਦਾ ਦੁੱਖ ਤਕਲੀਫ ਹੋਵੇ ਉਹਨੂੰ ਆਪਾਂ ਸਫਰਿੰਗ ਕਹਿੰਦੇ ਹਾਂ। ਐਨਵੈਲਪ ਵਰਬ ਦੇ ਤੌਰ ਤੇ ਹੁੰਦਾ ਹੈ ਜਦੋਂ ਕਿ ਕਵਰ ਅਪ ਹੋ ਜਾਂਦਾ ਸਾਰੇ ਸਾਈਡ ਤੋਂ। ਹੀਨਸ ਮੈਂ ਪਹਿਲਾਂ ਹੀ ਦੱਸਿਆ ਸੀ। ਓਡੀਅਸ ਐਟਰੋਸ਼ੀਅਸ ਦਾ ਮਤਲਬ ਹੁੰਦਾ ਹੈ ਘਿਨਾਉਣਾ। ਕਨਸਟਰਨੇਸ਼ਨ ਦਾ ਮਤਲਬ ਸਰਪ੍ਰਾਈਜ਼ ਐਂਡ ਫੀਅਰ, ਜਦੋਂ ਬਹੁਤ ਜ਼ਿਆਦਾ ਸਰਪ੍ਰਾਈਜ਼ ਵਾਲਾ ਹੈਰਾਨੀ ਵਾਲਾ ਮਾਹੌਲ ਬਣ ਜਾਏ ਉਹਨੂੰ ਆਪਾਂ ਕਹਿੰਦੇ ਹਾਂ ਸੈਵਰ, ਕੱਟ ਕਰਨਾ। ਹੱਗ, ਗੱਲ ਨਾਲ ਲਾਣਾ। ਪੁੱਟ ਦਾ ਆਰਮ ਅਰਾਊਂਡ ਟਾਈਟਲੀ, ਜਦੋਂ ਆਪਾਂ ਮਤਲਬ ਜ਼ੋਰ ਨਾਲ ਲੱਕੜੀ ਪਾਉਂਦੇ ਆ ਉਹਨੂੰ ਆਪਾਂ ਹੱਗ ਕਹਿੰਦੇ ਹਾਂ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। 11th ਪੈਰਾ। Another devotee of Guru Tegh Bahadur, Bhai Lakhi and his son Nagaiya, Bhai Lakhi and Nagaiya pushed a long row of bullock carts loaded with cotton and other goods into the street of Chandni Chowk. ਇੱਕ ਹੋਰ ਡਿਵੋਟੀ ਹੈ ਜੀ ਗੁਰੂ ਤੇਗ ਬਹਾਦਰ ਜੀ ਦੇ, ਉਹਨਾਂ ਦਾ ਨਾਮ ਕੀ ਸੀਗਾ? ਭਾਈ ਲੱਖੀ, ਅਤੇ ਉਹਨਾਂ ਦਾ ਇੱਕ ਬੇਟਾ ਸੀ ਨਗਾਈਆ। ਉਹਨੇ ਯਾਦ ਰੱਖਣੇ ਬੇਟਾ ਨਾਮ, ਭਾਈ ਲੱਖੀ ਅਤੇ ਨਗਾਈਆ। ਇਹਨਾਂ ਦੋਨਾਂ ਨੇ, ਇਹ ਦੋਨੇ ਕੀ ਕਰ ਰਹੇ ਸੀ ਉਸ ਸਮੇਂ? ਉਹਨਾਂ ਨੇ ਗੱਡੇ ਲੈ ਕੇ ਜਾ ਰਹੇ ਸੀ ਜੀ। ਅ ਲੌਂਗ ਰੋ ਆਫ ਬਲਕ ਕਾਰਟਸ। ਬਲਕ ਕਾਰਟਸ ਕਿਹਨੂੰ ਕਿਹਾ ਜਾਂਦਾ ਹੈ? ਗੱਡੇ ਨੂੰ ਕਿਹਾ ਜਾਂਦਾ ਹੈ ਜੀ, ਠੀਕ ਹੈ। ਉਹਦੇ ਵਿੱਚ ਕੀ ਲੱਦੀ ਹੋਈ ਸੀ? ਕਾਟਨ, ਕਪਾਹ, ਠੀਕ ਹੈ ਜੀ, ਉਹ ਲੱਦੀ ਹੋਈ ਸੀ। ਤਾਂ ਉਹ ਲੈ ਕੇ ਜਾ ਰਹੇ ਸੀ ਕਿੱਥੇ? ਚਾਂਦਨੀ ਚੌਂਕ ਦੀਆਂ ਗਲੀਆਂ ਚੋਂ। Being a carrier of goods for the government, no one prevented him from proceeding forward. Actually ਇਹ ਜਿਹੜੀ ਕਾਟਨ ਜਾ ਰਹੀ ਸੀ ਇਹ ਸਰਕਾਰੀ ਸੀਗੀ, ਸਰਕਾਰੀ ਕਾਟਨ ਲੈ ਕੇ ਉਹ ਚਾਂਦਨੀ ਚੌਂਕ ਵੱਲ ਜਾ ਰਹੇ ਸੀ, ਤਾਂ ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ। Being a carrier of goods, ਕੈਰੀ ਤੋਂ ਕੈਰੀਅਰ ਬਣਦਾ, ਤਾਂ ਉਹ ਗੁੱਡਸ ਨੂੰ, ਚੀਜ਼ਾਂ ਨੂੰ ਲੈ ਕੇ ਜਾਣ ਵਾਲੇ ਸੀ ਗਵਰਨਮੈਂਟ ਦੇ ਲਈ। ਇਸ ਕਰਕੇ ਕਿਸੇ ਨੇ ਵੀ ਉਹਨਾਂ ਨੂੰ ਅੱਗੇ ਵਧਣ ਤੋਂ ਨਾ ਰੋਕਿਆ। ਪ੍ਰੀਵੈਂਟ ਦਾ ਮਤਲਬ ਹੁੰਦਾ ਹੈ ਰੋਕਣਾ। In the confusion caused by the fierce storm and people running helter-skelter, Bhai Lakhi and his son picked up the body of Guru Tegh Bahadur quickly, concealed it under the heap of cotton in a bullock cart, and drove quickly to their huts in Raisina. ਕਹਿੰਦੇ ਇਸ ਕਨਫਿਊਜ਼ਨ ਨੇ, ਰੋਲੇ ਰੱਪੇ ਦੇ ਵਿੱਚ ਜਿਹੜਾ ਕਿ ਸਟੋਰਮ ਦੇ ਨਾਲ ਹੋ ਗਿਆ ਸੀ, ਫੀਅਰਸ ਸਟੋਰਮ, ਫੀਅਰਸ ਦਾ ਮਤਲਬ ਬੜਾ ਹੀ ਭਾਰੀ ਤੂਫਾਨ ਉਸ ਸਮੇਂ ਚੱਲ ਰਿਹਾ ਸੀ। ਉਸ ਰੋਲੇ ਰੱਪੇ ਦੇ ਵਿੱਚ ਲੋਕੀ ਇੱਧਰ ਉੱਧਰ ਦੌੜ ਰਹੇ ਸੀ। ਹੈਲਟਰ ਸਕੈਲਟਰ, ਰਨਿੰਗ ਹੈਲਟਰ ਸਕੈਲਟਰ ਇਕੱਠਾ ਹੁੰਦਾ ਬੇਟਾ। ਟੂ ਰਨ ਹੈਲਟਰ ਸਕੈਲਟਰ ਦਾ ਮਤਲਬ ਹੁੰਦਾ ਇੱਧਰ ਉੱਧਰ ਦੌੜਨਾ। ਤਾਂ ਲੋਕੀ ਇੱਧਰ ਉੱਧਰ ਦੌੜ ਰਹੇ ਸੀ। ਭਾਈ ਲੱਖੀ ਤੇ ਉਹਨਾਂ ਦੇ ਪੁੱਤਰ ਨਗਾਈਆ ਨੇ ਗੁਰੂ ਜੀ ਦੀ ਬੋਡੀ ਚੱਕ ਲਈ ਫਟਾਫਟ, ਉਸ ਨੂੰ ਲੁਕੋਇਆ। ਕੰਸੀਲ ਦਾ ਮਤਲਬ ਛੁਪਾਉਣਾ। ਕਿਹਦੇ 'ਚ ਛੁਪਾਇਆ? ਜਿਹੜੀ ਉਹ ਬਲਕ ਕਾਰਟ ਦੇ ਵਿੱਚ ਕੋਟਨ ਲੈ ਕੇ ਜਾ ਰਹੇ ਸੀ, ਕੋਟਨ ਦੇ ਵਿੱਚ ਛੁਪਾ ਲਈ ਉਹਨਾਂ ਨੇ ਬੋਡੀ, ਅਤੇ ਫਟਾਫਟ ਰਾਏ ਸੀਨਾ ਜਿੱਥੇ ਉਹਨਾਂ ਦਾ ਘਰ ਸੀ ਉੱਥੇ ਆਪਣੀ ਝੌਂਪੜੀ 'ਚ ਲੈ ਗਏ। ਇੱਥੇ ਹੁਣ ਰਾਏ ਸੀਨਾ ਦਾ ਨਾਮ ਯਾਦ ਰੱਖਣਾ ਬੇਟਾ। On arrival at their houses, they offered prayers respectfully to the memory of the holy Guru and set their huts on fire. ਜਦੋਂ ਉਹ ਘਰੇ ਪਹੁੰਚੇ ਉਹਨਾਂ ਨੇ ਨੈਚੁਰਲੀ ਪਾਠ ਕਰਿਆ ਆਦਰਪੂਰਵਕ, ਕਿਹਦੀ ਮੈਮਰੀ 'ਚ? ਆਪਣੇ ਪਵਿੱਤਰ ਗੁਰੂ ਦੀ ਮੈਮਰੀ 'ਚ, ਅਤੇ ਆਪਣੇ ਹਟਸ ਨੂੰ, ਆਪਣੇ ਘਰ ਨੂੰ ਅੱਗ ਲਾਤੀ।
मतलब बॉडी अंदर रख के घर नूं अग लाती उन्होंने। पीपल थॉट लक्की थैचर्ड हट्स हैड कॉट फायर एक्सीडेंटली। लोगों ने सोचा कि लक्की की जिहड़ी थैचर्ड हट्स है, थैचर्ड हट का मतलब है जी कख कान्या नाल बनी हुई झोंपड़ी। जिहड़ी झोंपड़ी है बेटा कख कान्या नाल ही बनती है, थैचर्ड कहते हैं उन्होंने। तो उसनूं अग लग गई जी, कैट कॉट फायर, कैच फायर का मतलब अग लगना, भी दुर्घटनापूर्वक अग लग गई। बट द डिवाउट सिख ऑफ गुरु तेग बहादुर हैड सीक्रेटली क्रीमेटेड द बॉडी ऑफ द मार्टर्ड गुरु विद ड्यू रिस्पैक्ट। पर एक्चुअली होया की सी कि जिहड़े डिवाउट सच्चे श्रद्धालु सी गुरु तेग बहादुर जी दे, कौन, लखी, भाई लखी ते नगाइया, उन्होंने सीक्रेटली मतलब के गुपचुप तरीके दे नाल बॉडी नूं क्रीमेट करता सी, दाह संस्कार करता सी। इसदी बॉडी नूं, अपने शहीद गुरु जी दी बॉडी नूं विद ड्यू रिस्पैक्ट, पूरे मान सम्मान दे नाल पूरा पाठ करिया सी उन्होंने, ते फिर अपने घर समेत क्रीमेशन करती सीगी गुरु जी दी बॉडी दी। तो कुछ और वर्ड्स आए हैं जी, हेल्टर स्कैल्टर, इन डिसऑर्डरली हेस्ट, जल्दबाजी जदों आपां कोई काम करदे उहनूं हेल्टर स्कैल्टर कहंदे हैं। कंसील का मतलब हाइड, छुपाउणा, ये वर्ड्स आए। लास्ट पैरा जी चैप्टर दा 12, द फेमस गुरुद्वारा रकाबगंज इन न्यू दिल्ली एडजेसेंट टू द नॉर्थ ब्लॉक ऑफ द सेंट्रल Secretariat of the Government of India stands as a fitting memorial to the unique sacrifice of 9th Guru Tegh Bahadur। ਤਾਂ ਬੇਟਾ ਇੱਕ ਗੁਰਦੁਆਰਾ ਰਕਾਬਗੰਜ ਹੈ ਨਿਊ ਦਿੱਲੀ ਦੇ ਵਿੱਚ, ਉਹ ਕਿੱਥੇ ਹੈ, ਸਾਡੇ ਗਵਰਨਮੈਂਟ ਆਫ ਇੰਡੀਆ ਦਾ ਨਾ ਸੈਂਟਰਲ ਸੈਕਟਰੀਏਟ ਦਾ ਇੱਕ ਨਾਰਥ ਬਲਾਕ ਹੈ। ਨਾਰਥ ਐਕਚੁਅਲੀ ਜਿਹੜੀ ਸੈਕਟਰੀਏਟ ਹੈ ਨਾ ਨਿਊ ਦਿੱਲੀ ਸਾਡੀ ਗਵਰਨਮੈਂਟ ਆਫ ਇੰਡੀਆ ਭਾਰਤ ਸਰਕਾਰ ਦੀ ਸੈਕਟਰੀਏਟ ਹੈ, ਉਹਦੇ ਕਈ ਬਲਾਕਸ ਹੈ, ਨਾਰਥ ਬਲਾਕ ਐਵੇਂ ਹੋਰ ਵੀ ਕਈ ਸਾਰੇ ਬਲਾਕ ਹੈ। ਬਲਾਕ ਦਾ ਮਤਲਬ ਹੁੰਦਾ ਬਿਲਡਿੰਗ। ਤਾਂ ਉਸ ਨਾਰਥ ਬਲਾਕ ਵਾਲੀ ਬਿਲਡਿੰਗ ਦੇ ਬਿਲਕੁਲ ਨਾਲ ਐਡਜੈਸੈਂਟ, ਐਡਜੈਸੈਂਟ ਦਾ ਮਤਲਬ ਨਾਲ, ਉਸ ਦੇ ਨਾਲ ਕਿਹੜੇ ਗੁਰਦੁਆਰਾ ਸਾਹਿਬ ਸਥਿਤ ਨੇ ਜੀ, ਗੁਰਦੁਆਰਾ ਰਕਾਬਗੰਜ। ਉਹ ਕਿਹਨਾਂ ਦੀ ਯਾਦਗਾਰ ਚ ਬਣਾਏ ਗਏ ਨੇ, 9th ਗੁਰੂ ਤੇਗ ਬਹਾਦਰ ਜੀ ਦੀ ਯੂਨੀਕ ਸੈਕਰੀਫਾਈਸ। ਯੂਨੀਕ ਦਾ ਮਤਲਬ ਹੁੰਦਾ ਬੇਟਾ, ਮੈਂ ਕੱਲ ਵੀ ਦੱਸਿਆ ਸੀ, ਵਿਲੱਖਣ, ਯੂਨੀਕ ਸੈਕਰੀਫਾਈਸ ਬਲੀਦਾਨ, ਵੀ ਜਿਹੜਾ ਉਹਨਾਂ ਨੇ ਇੱਕ ਵਿਲੱਖਣ, ਇੱਕ ਬਿਲਕੁਲ ਅਲੱਗ ਬਲੀਦਾਨ ਦਿੱਤਾ, ਦੇਖੋ ਫੇਥ ਦੀ ਪ੍ਰੋਟੈਕਸ਼ਨ ਦੇ ਲਈ, ਤਾਂ ਉਹਨਾਂ ਦੀ ਯਾਦਗਾਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਏ ਗਏ ਨੇ। The devotees of the great martyr Guru Tegh Bahadur visit the shrine and pay their homage to their respected Guru। ਤਾਂ ਹੁਣ ਜਿਹੜੇ ਗੁਰੂ ਤੇਗ ਬਹਾਦਰ ਜੀ ਮਹਾਨ ਸ਼ਹੀਦ ਹੋਏ ਨੇ, ਮਾਰਟਰ, ਮਾਰਟਰ ਸ਼ਬਦ ਦਾ ਮਤਲਬ ਹੁੰਦਾ ਸ਼ਹੀਦ, ਤਾਂ ਉਹਨਾਂ ਦੇ ਜਿਹੜੇ ਡਿਵੋਟੀਜ਼ ਨੇ, ਸ਼ਰਧਾਲੂ ਨੇ, ਉਹ ਇਸ ਗੁਰਦੁਆਰਾ ਸਾਹਿਬ ਤੇ ਜਾਂਦੇ ਨੇ। ਸ਼ਰਾਈਨ ਇੱਥੇ ਗੁਰਦੁਆਰਾ ਸਾਹਿਬ ਨੂੰ ਕਿਹਾ ਗਿਆ, ਅਤੇ ਆਪਣੇ ਰਿਸਪੈਕਟਡ ਗੁਰੂ ਜੀ ਨੂੰ ਪੇ ਦੇਅਰ ਹੋਮੇਜ, ਸ਼ਰਧਾਂਜਲੀ ਦਿੰਦੇ ਨੇ। ਹੋਮੇਜ ਦਾ ਮਤਲਬ ਹੁੰਦਾ ਬੇਟਾ ਸ਼ਰਧਾਂਜਲੀ, ਉੱਥੇ ਜਾ ਕੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਨੇ। ਇਨ ਦੀ ਵਰਡਸ ਆਫ ਗੁਰੂ ਗੋਬਿੰਦ ਸਿੰਘ ਇਨ ਬਚਿੱਤਰ ਨਾਟਕ, ਤਾਂ ਤੁਹਾਨੂੰ ਪਤਾ ਬੇਟਾ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੀਆਂ ਰਚਨਾਵਾਂ ਕੀਤੀਆਂ ਨੇ, ਉਹਨਾਂ ਦੇ ਵਿੱਚ ਇੱਕ ਹੈ ਜੀ ਬਚਿੱਤਰ ਨਾਟਕ, ਉਹਨਾਂ ਨੇ ਲਿਖਿਆ ਹੋਇਆ। ਇੱਥੇ ਬਚਿੱਤਰ ਨਾਟਕ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਆ, ਤਾਂ ਇਹ ਜਿਹੜੀਆਂ ਲਾਈਨਾਂ ਅਗਲੀਆਂ 4-5 ਲਾਈਨਾਂ ਨੇ ਨਾ, ਇਹ ਬਚਿੱਤਰ ਨਾਟਕ ਚੋਂ ਲਈਆਂ ਗਈਆਂ ਨੇ। ਤਾਂ ਹੀ ਪ੍ਰੋਟੈਕਟਡ ਦਾ ਪੇਸਟਮਾਰਕ, ਤਿਲਕ ਐਂਡ ਦਾ ਸੈਕਰੇਡ ਥ੍ਰੈਡ ਜਨੇਊ, ਤਾਂ ਉਹਨਾਂ ਨੇ ਰੱਖਿਆ ਕੀਤੀ ਤਿਲਕ ਦੀ, ਪੇਸਟਮਾਰਕ ਜਿਹੜਾ ਮਾਰਕ ਲਗਾਉਂਦੇ ਆ ਹਿੰਦੂ ਲੋਕ, ਤਿਲਕ ਲਗਾਉਂਦੇ ਆ, ਅਤੇ ਜਿਹੜਾ ਜਨੇਊ ਪਾਉਂਦੇ ਆ, ਜਨੇਊ ਹਿੰਦੂ ਲੋਕ ਪਹਿਲਾਂ ਪਾਉਂਦੇ ਸੀਗੇ, ਹੁਣ ਵੀ ਕਈ ਪਾਉਂਦੇ ਆ। ਤਾਂ ਉਹ ਜਿਹੜਾ ਪਵਿੱਤਰ ਜਨੇਊ ਹੈ, ਇਸ ਦੀ ਰੱਖਿਆ ਕਿਹਨੇ ਕੀਤੀ, ਗੁਰੂ ਜੀ ਨੇ। ਇਟ ਵਾਜ਼ ਅ ਗ੍ਰੇਟ ਟ੍ਰੈਜਡੀ ਆਫ ਦਾ ਟਾਈਮ, ਇਹ ਉਸ ਸਮੇਂ ਦੀ ਬਹੁਤ ਹੀ ਮੰਦਭਾਗੀ ਘਟਨਾ ਸੀ। ਦ ਗੁਰੂ ਡਿਡ ਦਿਸ ਫॉर ਹੋਲੀ ਮੈਨ, ਗੁਰੂ ਜੀ ਨੇ ਕਿਉਂ ਕੀਤਾ, ਪਵਿੱਤਰ ਜਿਹੜੇ ਇਨਸਾਨ ਹੈ ਉਹਨਾਂ ਦੇ ਲਈ, ਜਿਹੜੇ ਧਰਮ ਨਾਲ ਜੁੜੇ ਹੋਏ ਉਹਨਾਂ ਦੀ ਰੱਖਿਆ ਦੇ ਲਈ ਗੁਰੂ ਜੀ ਨੇ ਕੀਤਾ। ਹੀ ਸੈਕਰੀਫਾਈਸ ਦੀ ਲਾਈਫ ਵਿਦਆਊਟ ਅ ਗ੍ਰੋਨ, ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਛਾਵਰ ਕਰਤੀ ਬਿਨਾ ਕੋਈ ਗ੍ਰੋਨ ਕੀਤੇ। ਗ੍ਰੋਨ ਦਾ ਮਤਲਬ ਕੋਈ ਦੁੱਖ ਦਾ ਜ਼ਾਹਰ ਕਰਨ ਤੋਂ ਬਿਨਾ ਉਹਨਾਂ ਨੇ ਆਪਣੀ ਜ਼ਿੰਦਗੀ ਬਲੀਦਾਨ ਕਰਤੀ, ਜਰਾ ਜਿਹਾ ਵੀ ਦੁੱਖ ਮਹਿਸੂਸ ਨਹੀਂ ਕੀਤਾ। ਹੀ ਲੇ ਡਾਊਨ ਹਿਜ਼ ਲਾਈਫ ਫॉर द ਪ੍ਰੋਟੈਕਸ਼ਨ ਆਫ ਧਰਮ, ਧਰਮ ਦੀ ਪ੍ਰੋਟੈਕਸ਼ਨ ਦੇ ਲਈ, ਧਰਮ ਦੀ ਸੁਰੱਖਿਆ ਦੇ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਲੇ ਡਾਊਨ ਕਰਤੀ। ਲੇ ਡਾਊਨ ਦਾ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਨਿਛਾਵਰ ਕਰਨਾ। He sacrificed himself but he did not give up his principles, ਉਹਨਾਂ ਨੇ ਆਪਣੇ ਆਪ ਨੂੰ ਨਿਛਾਵਰ ਕਰਤਾ, ਆਪਣੇ ਆਪ ਨੂੰ ਬਲੀਦਾਨੀ ਦਿੱਤੀ, ਪਰੰਤੂ ਆਪਣੇ ਅਸੂਲਾਂ ਦੀ ਬਲੀਦਾਨੀ ਨਹੀਂ ਦਿੱਤੀ, ਆਪਣੇ ਅਸੂਲਾਂ ਤੇ ਅੜਿੰਗ ਰਹੇ, ਉਹਨਾਂ ਨੂੰ ਨਹੀਂ ਛੱਡਿਆ। ਗੁਰੂ ਤੇਗ ਬਹਾਦਰ ਲੇ ਡਾਊਨ ਹਿਜ਼ ਲਾਈਫ ਫॉर द ਪ੍ਰੋਟੈਕਸ਼ਨ ਆਫ ਹਿੰਦੂਇਜ਼ਮ, ਤਾਂ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਇਜ਼ਮ, ਹਿੰਦੂ ਧਰਮ ਦੀ ਰੱਖਿਆ ਦੇ ਲਈ ਆਪਣੀ ਜ਼ਿੰਦਗੀ ਦਾ ਬਲੀਦਾਨ ਦਿੱਤਾ। ਟੂ ਦਿਸ ਡੇ ਗੁਰੂ ਤੇਗ ਬਹਾਦਰ ਇਜ਼ ਰਿਮੈਂਬਰਡ ਐਜ਼ ਹਿੰਦ ਕੀ ਚਾਦਰ, ਇਸ ਕਰਕੇ ਅੱਜ ਗੁਰੂ ਤੇਗ ਬਹਾਦਰ ਜੀ ਨੂੰ
ਹਿੰਦ ਕੀ ਚਾਦਰ ਕਿਹਾ ਜਾਂਦਾ ਹੈ। ਤਾਂ ਦੇਖੋ ਸਾਡੇ ਚੈਪਟਰ ਦਾ ਨਾਮ ਕੀ ਹੈ, ਹਿੰਦ ਕੀ ਚਾਦਰ, ਗੁਰੂ ਤੇਗ ਬਹਾਦਰ ਜੀ। ਤਾਂ ਹਿੰਦ ਕੀ ਚਾਦਰ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਹਿੰਦੁਸਤਾਨ ਦੇ ਜਿਹੜੇ ਧਰਮ ਹੈ, ਹਿੰਦੂ ਧਰਮ ਹੈ, ਉਸ ਦੀ ਰੱਖਿਆ ਦੇ ਲਈ ਉਹਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾਈ। ਦਾ ਕਵਰਿੰਗ ਸ਼ੀਟ, ਤਾਂ ਇੰਗਲਿਸ਼ ਚ ਆਪਾਂ ਇਹਨੂੰ ਕੀ ਕਹਿੰਦੇ ਆ, ਚਾਦਰ ਨੂੰ ਕੀ ਕਹਿੰਦੇ ਆ, ਕਵਰਿੰਗ ਸ਼ੀਟ ਜਾਂ ਪ੍ਰੋਟੈਕਟਰ ਆਫ ਦੀ ਓਨਰ ਆਫ ਦਾ ਇੰਡੀਆ, ਜਾਂ ਇਸ ਨੂੰ ਆਪਾਂ ਇੰਗਲਿਸ਼ ਇਹ ਕਹਿ ਸਕਦੇ ਹਾਂ ਕਿ ਭਾਰਤ ਦੇ ਸਵੈਮਾਨ ਦੇ ਪ੍ਰੋਟੈਕਟਰ, ਪ੍ਰੋਟੈਕਟਰ ਦਾ ਮਤਲਬ ਰੱਖਿਆ ਕਰਨ ਵਾਲਾ, ਠੀਕ ਹੈ। ਤਾਂ ਭਾਰਤ ਦੇ ਓਨਰ ਨੂੰ ਪ੍ਰੋਟੈਕਟ ਕਿਹਨੇ ਕੀਤਾ? ਗੁਰੂ ਜੀ ਨੇ ਕੀਤਾ। ਹੀ ਸੈਕਰੀਫਾਈਡ ਹਿਸ ਲਾਈਫ ਫॉर ਅਪਹੋਲਡਿੰਗ ਦਾ ਹਿਊਮਨ ਰਾਈਟ ਆਫ ਫਰੀडम ਆਫ ਵਰਸ਼ਿਪ। ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਲੀਦਾਨ ਦਿੱਤਾ ਕਾਦੇ ਲਈ? ਕਿ ਜਿਹੜੀ ਸਾਡੀ ਵਰਸ਼ਿਪ ਦੀ ਆਜ਼ਾਦੀ ਹੈ, ਅਸੀਂ ਕਿਸੇ ਨੂੰ ਵੀ ਮੰਨ ਸਕਦੇ ਹਾਂ ਬੇਟਾ, ਵਰਸ਼ਿਪ ਪੂਜਾ ਕਰ ਸਕਦੇ ਹਾਂ, ਉਹ ਸਾਡਾ ਹਿਊਮਨ ਰਾਈਟ ਹੈ, ਸਾਡਾ ਇੱਕ ਮਨੁੱਖੀ ਅਧਿਕਾਰ ਹੈ, ਉਸ ਦੀ ਰੱਖਿਆ ਦੇ ਲਈ ਆਪਣਾ ਜ਼ਿੰਦਗੀ ਉਹਨਾਂ ਨੇ ਬਲੀਦਾਨ ਕੀਤੀ। One does not find another parallel in history to this unique sacrifice for the protection of the right of faith of all people। ਕਹਿੰਦੇ ਕੋਈ ਵੀ ਇਨਸਾਨ ਉਹਨੂੰ ਐਦਾਂ ਦੀ ਜਿਹੜੀ ਯੂਨੀਕ ਸੈਕਰੀਫਾਈਸ ਗੁਰੂ ਜੀ ਕਰਕੇ ਗਏ ਨੇ, ਉਹਦੀ ਕੋਈ ਐਗਜ਼ਾਮਪਲ ਨਹੀਂ ਮਿਲਦੀ ਹਿਸਟਰੀ ਵਿੱਚ। does not find, ਮਿਲਦੀ ਨਹੀਂ ਸਾਨੂੰ ਕੋਈ another parallel। ਪੈਰਲਲ ਦਾ ਮਤਲਬ ਐਦਾਂ ਦੀ ਐਗਜ਼ਾਮਪਲ ਕਿ ਇੱਕ ਬੰਦੇ ਨੇ, ਇੱਕ ਇਨਸਾਨ ਨੇ, ਠੀਕ ਹੈ, ਇਸ ਤਰ੍ਹਾਂ ਦੀ ਕੋਈ ਕੁਰਬਾਨੀ ਦਿੱਤੀ ਹੈ। ਦੇਖੋ ਗੁਰੂ ਜੀ ਨੇ ਕੁਰਬਾਨੀ ਦਿੱਤੀ ਹੈ, ਉਸ ਦੀ ਐਗਜ਼ਾਮਪਲ ਪੂਰੀ ਦੁਨੀਆ 'ਚ ਹੋਰ ਕਿਤੇ ਨਹੀਂ ਮਿਲਦੀ। ਕਿਵੇਂ? ਸਾਰੇ ਲੋਕਾਂ ਦੇ ਫੇਥ ਨੂੰ ਪ੍ਰੋਟੈਕਸ਼ਨ ਕਰਨ ਦੇ ਲਈ। ਉਹਨਾਂ ਦਾ ਇਹ ਰਾਈਟ ਸੀਗਾ ਲੋਕਾਂ ਦਾ ਕਿ ਉਹ ਆਪਣੇ ਧਰਮ ਨਾਲ ਜੁੜ ਸਕਦੇ ਨੇ। ਉਸ ਚੀਜ਼ ਨੂੰ ਸੁਰੱਖਿਅਤ ਕਰਨ ਦੇ ਲਈ, ਉਸ ਦੀ ਪ੍ਰੋਟੈਕਸ਼ਨ ਕਰਨ ਦੇ ਲਈ ਜਿਹੜੀ ਗੁਰੂ ਜੀ ਨੇ ਬਲੀਦਾਨ ਦਿੱਤਾ ਹੈ, ਉਸ ਦੀ ਸਾਨੂੰ ਐਗਜ਼ਾਮਪਲ ਹੋਰ ਕਿਤੇ ਨਹੀਂ ਮਿਲਦੀ। ਤਾਂ ਕੁਝ ਵਰਡਸ ਨੇ ਜੀ, ਜਿਵੇਂ ਯੂਨੀਕ ਆਇਆ, ਤਾਂ ਤੁਹਾਨੂੰ ਪਹਿਲਾਂ ਦੱਸਿਆ ਹੈ। ਬੀਇੰਗ ਓਨਲੀ ਵਨ ਆਫ ਇਟਸ ਸੋਰਟ ਦਾ ਮਤਲਬ ਵਿਲੱਖਣ, ਸਾਨੂੰ ਹੋਰ ਕੋਈ ਚੀਜ਼ ਐਸੀ ਨਹੀਂ ਮਿਲਦੀ। ਹੋਮੇਜ ਦਾ ਮਤਲਬ ਸ਼ਰਧਾਂਜਲੀ, ਐਕਸਪ੍ਰੈਸ਼ਨ ਆਫ ਰਿਸਪੈਕਟ। ਗਰੋਨ ਦਾ ਮਤਲਬ ਦੁੱਖ। ਅਪਹੋਲਡ ਦਾ ਮਤਲਬ ਸਪੋਰਟ ਕਰਨਾ, ਕਿ ਉਸ ਦੇ ਨਾਲ ਖੜਨਾ, ਕਿਸੇ ਚੀਜ਼ ਦੇ ਨਾਲ ਖੜਨ ਨੂੰ ਆਪਾਂ ਅਪਹੋਲਡ ਕਹਿੰਦੇ ਹਾਂ। ਤਾਂ ਸਟੂਡੈਂਟਸ, ਇਸੇ ਨਾਲ ਹੀ ਸਾਡਾ ਚੈਪਟਰ ਖਤਮ ਹੁੰਦਾ ਹੈ। ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਚੈਪਟਰ ਸਮਝ ਆ ਗਿਆ ਹੋਵੇਗਾ। ਇਸ ਚੈਪਟਰ ਨੂੰ ਕਵਰ ਕਰਨ ਦੇ ਲਈ ਮੈਂ ਟੋਟਲ 2 ਵੀਡੀਓਜ਼ ਬਣਾਏ ਨੇ, ਤੇ ਤੁਸੀਂ ਇਹ ਦੋਨੇ ਵੀਡੀਓਜ਼ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡੇ ਵੀਡੀਓਜ਼ ਮਿਸ ਹੋਏ ਨੇ ਤਾਂ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਇਹਨਾਂ ਸਾਰੇ ਵੀਡੀਓਜ਼ ਦੇ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ। ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸੇ ਚੈਪਟਰ ਦੇ ਕੁਐਸਚਨ ਆਨਸਰਸ ਨੂੰ ਡਿਸਕਸ ਕਰਾਂਗੇ ਜੀ। ਫਿਰ ਮਿਲਦੇ ਹਾਂ, ਧੰਨਵਾਦ।